ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਸਨ 2020 ਆਪਣੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਛੱਡ ਕੇ ਬੀਤ ਰਿਹਾ। ਨਵਾਂ ਸਾਲ 2021 ਆ ਗਿਆ। ਜਦੋਂ ਵੀ ਆਪਾਂ ਕਿਤੇ ਅਗਾਂਹ ਵੱਲ ਵਧਣਾ ਹੋਵੇ, ਪਿਛਲ ਝਾਤ ਮਾਰ ਕੇ ਦੇਖਣਾ ਪੈਂਦਾ ਕਿ ਅਸੀਂ ਕੀ ਪ੍ਰਾਪਤ ਕੀਤਾ ਹੈ, ਕੀ ਗਵਾਇਆ ਹੈ, ਤਾਂ ਕਿ ਆਉਣ ਵਾਲੇ ਸਮੇਂ ਲਈ ਸਾਡੇ ਕੋਲ ਇੱਕ ਤਰ੍ਹਾਂ ਦੀ ਪਿਕਚਰ ਬਣ ਸਕੇ, ਪੂਰੀ ਤਸਵੀਰ ਬਣ ਸਕੇ ਕਿ ਅਸੀਂ ਅਗਾਂਹ ਕੀ ਕਰਨਾ ਹੈ। ਅੱਜ ਜਦੋਂ 2021 ਦੀ ਸਰਦਲ ਦੇ ਉੱਤੇ ਆ, 2020 ਦੇ ਵਿੱਚੋਂ ਬਾਹਰ ਨਿਕਲ ਕੇ ਆਏ ਆ, ਤਾਂ ਸੰਗਤ ਟੈਲੀਵਿਜ਼ਨ ਦੇ ਤੌਰ ਤੇ ਜੇ 2020 ਨੂੰ ਵੇਖੀਏ ਪਿਛਲ ਝਾਤ ਦੇ ਤੌਰ ਤੇ, ਤਾਂ ਕਹਿਣਾ ਬਣਦਾ ਹੈ ਕਿ ਇਹ ਵਰਾ 2020 ਵਾਲਾ ਵਰਾ ਸਾਡੇ ਲਈ ਇਤਿਹਾਸਕ ਵਰਾ ਸੀ। ਇਤਿਹਾਸਕ ਵਰਾ ਇਸ ਲਈ ਕਿ ਇਸ ਵਰੇ ਸੰਗਤ ਟੈਲੀਵਿਜ਼ਨ ਨੇ ਆਪਣੇ 10 ਵਰੇ ਪੂਰੇ ਕੀਤੇ ਨਿਰੰਤਰ ਲੋਕਾਂ ਦੀ ਸੇਵਾ ਕਰ, ਨਿਰੰਤਰ ਸੰਗਤਾਂ ਦੀ ਸੇਵਾ ਕਰ, ਸੰਗਤਾਂ ਨੂੰ ਨਾਲ ਲੈ ਕੇ ਤੁਰਦੇ ਆ। ਦੁਨੀਆ ਭਰ ਦੇ ਵਿੱਚ ਸੰਗਤ ਟੈਲੀਵਿਜ਼ਨ ਨੇ ਸੇਵਾ ਤੇ ਸਿਮਰਨ ਦੀ ਇੱਕ ਲਹਿਰ ਪੈਦਾ ਕੀਤੀ। ਜਿੱਥੇ ਇਹ ਸਾਲ ਸੰਗਤ ਟੈਲੀਵਿਜ਼ਨ ਦਾ ਇਤਿਹਾਸਕ ਵਰਾ ਸੀ 10ਵੇਂ ਵਰੇ ਦੇ ਤੌਰ ਤੇ, ਬੜੇ ਉਲੀਕੇ ਹੋਏ ਸਨ ਪ੍ਰੋਗਰਾਮ ਵੱਡੇ ਪੱਧਰ ਦੇ ਉੱਤੇ ਕਿ UK 'ਚ ਵੱਡੇ ਪੱਧਰ ਤੇ ਇੱਕ ਕਾਨਫਰੰਸ ਕੀਤੀ ਜਾਏਗੀ, ਯੂਰਪ 'ਚ ਬਾਕੀ ਦੁਨੀਆ ਦੇ ਹਿੱਸਿਆਂ 'ਚ ਵੀ ਕੋਈ ਸੈਮੀਨਾਰ ਵਗੈਰਾ ਕੀਤੇ ਜਾਣਗੇ, ਇਹ ਸੋਚ ਸੀ। ਪਰ 2020 ਵਾਲਾ ਵਰਾ ਇੱਕ ਮਹਾਮਾਰੀ ਦਾ ਵਰਾ ਬਣ ਗਿਆ। ਕਰੋਨਾ ਵਾਇਰਸ ਵੱਡੀ ਮਹਾਮਾਰੀ, ਸ਼ਾਇਦ ਜਦੋਂ ਦੀ ਮਨੁੱਖਤਾ ਨੂੰ ਹੋਸ਼ ਹੈ, ਜਦੋਂ ਦਾ ਸਾਡੇ ਕੋਲ ਇਤਿਹਾਸ ਹੈ, ਜਦੋਂ ਦੀ ਅਸੀਂ ਇਤਿਹਾਸ ਸੰਬੰਧੀ ਸੂਝ ਬਣਾਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਐਡੀ ਵੱਡੀ ਮਹਾਮਾਰੀ ਸ਼ਾਇਦ ਇਦੋਂ ਪਹਿਲਾਂ ਨਹੀਂ ਫੈਲੀ, ਜਿਹਨੇ ਇੱਕ ਵਾਰ ਪੂਰੀ ਦੁਨੀਆ ਠੱਪ ਕਰਕੇ ਰੱਖ ਦਿੱਤੀ। ਪਰ ਮਹਾਮਾਰੀਆਂ ਜਿੱਡੀਆਂ ਮਰਜ਼ੀ ਵੱਡੀਆਂ ਹੋਣ, ਔਂਕੜਾਂ ਤੇ ਰੋਕਾਂ ਜਿੱਡੀਆਂ ਮਰਜ਼ੀ ਵੱਡੀਆਂ ਹੋਣ, ਮਨੁੱਖ ਦੇ ਕਰਮਾਂ 'ਚ ਤੁਰਨਾ ਲਿਖਿਆ ਹੈ। ਅਸੀਂ ਤੁਰਨਾ ਹੁੰਦਾ ਹੈ, ਅਗਾਂਹ ਵੱਲ ਨੂੰ ਵਧਣਾ ਹੁੰਦਾ ਹੈ। ਤੇ ਇਸ ਕਰੋਨਾ ਮਹਾਮਾਰੀ ਦੇ ਸਮੇਂ ਵੀ ਸੰਗਤ ਟੈਲੀਵਿਜ਼ਨ ਅਗਾਂਹ ਵੱਲ ਵਧਿਆ। ਬੇਸ਼ੱਕ ਜਿਹੜੀਆਂ ਕਾਨਫਰੰਸਾਂ ਸੀ ਉਲੀਕੀਆਂ ਹੋਈਆਂ ਸਨ, UK ਵਿੱਚ ਕਰਨ ਲਈ ਜਿਹੜੇ ਸੈਮੀਨਾਰ ਵਗੈਰਾ ਉਲੀਕੇ ਹੋਏ ਸਨ 10ਵੇਂ ਵਰੇ 'ਚ ਕਰਾਂਗੇ, ਉਹ ਨਹੀਂ ਹੋ ਸਕੇ ਉਸ ਪੱਧਰ ਤੇ ਜਿਸ ਪੱਧਰ ਤੇ ਕੀਤੇ ਜਾ ਰਹੇ ਸਨ। ਪਰ ਸੰਗਤ ਟੈਲੀਵਿਜ਼ਨ ਦੀ 10ਵੀਂ ਵਰੇਗੰਢ ਮਨਾਉਣ ਦੇ ਲਈ, ਕਿਉਂਕਿ ਨਾਮ ਸਿਮਰਨ ਦੀ ਗੱਲ ਕਰਨੀ ਸੀ, ਸੰਗਤਾਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕਰਨੀ ਸੀ, ਔਰ ਸਰਬੱਤ ਦੇ ਭਲੇ ਦੀ ਗੱਲ ਕਰਨੀ ਸੀ। ਮਹਾਮਾਰੀਆਂ ਦੇ ਸਮੇਂ 'ਚ ਸਭ ਤੋਂ ਪਹਿਲਾ ਕੰਮ ਇਹ ਕੀਤਾ ਗਿਆ ਕਿ ਗੁਰੂ ਦੀ ਬਾਣੀ ਦਾ ਓਟ ਆਸਰਾ ਲਿਆ ਜਾਵੇ। ਕਿ ਸਿੱਖ ਕੋਲ ਤਾਂ ਓਟ ਹੀ ਇੱਕੋ ਹੈ, ਸਤਿਗੁਰੂ ਦਾ ਹੁਕਮ ਹੈ ਕਿ ਇੱਕ ਓਟ ਉਸ ਅਕਾਲ ਪੁਰਖ ਦੀ, ਦੂਜੀ ਓਟ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ, ਤੇ ਤੀਜੀ ਓਟ ਖਾਲਸਾ ਦੀ ਯਾਨੀ ਸੰਗਤ ਦੀ। ਸਿੱਖ ਕੋਲ 3 ਓਟਾਂ ਨੇ, ਇੱਕ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ, ਦੂਜਾ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਦਾ ਓਟ ਆਸਰਾ, ਤੇ ਤੀਜਾ ਸੰਗਤ ਦਾ ਓਟ ਆਸਰਾ। ਸੋ ਤਿੰਨੇ ਓਟ ਆਸਰੇ ਜਿਹੜੇ ਸਤਿਗੁਰੂ ਨੇ ਸਾਨੂੰ ਦਰਸਾਏ ਹੋਏ ਨੇ, ਉਹ ਤਿੰਨਾਂ ਨੂੰ ਨਾਲ ਲੈ ਕੇ ਤੁਰੇ। ਅਕਾਲ ਪੁਰਖ ਦਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਔਖਿਆਂ ਸਮਿਆਂ ਦੇ ਵਿੱਚ, ਮਹਾਮਾਰੀ ਦੇ ਸਮਿਆਂ 'ਚ ਗੁਰਬਾਣੀ ਦੇ ਨਾਲ ਜੋੜਨ ਲਈ ਸੰਗਤਾਂ ਨੂੰ ਸਹਿਜ ਪਾਠ ਦੀ ਇੱਕ ਲਹਿਰ ਆਰੰਭ ਕੀਤੀ। ਉਸ ਲਹਿਰ ਦੇ ਅਧੀਨ ਪਹਿਲਾ ਸਹਿਜ ਪਾਠ ਪਟਨਾ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤਾ ਗਿਆ, ਕਿਉਂਕਿ ਇੱਥੇ ਮਹਾਮਾਰੀ ਨੇ ਗੁਰਦੁਆਰਿਆਂ ਦੇ ਵਿੱਚ ਵੀ ਇੱਕ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਪਟਨਾ ਸਾਹਿਬ ਦੀ, ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਉਹ ਧਰਤੀ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ, ਉੱਥੋਂ ਸਹਿਜ ਪਾਠ ਆਰੰਭ ਕੀਤਾ ਗਿਆ। ਲੋਕ ਘਰਾਂ ਵਿੱਚ ਬੈਠੇ ਸਨ, ਪਟਨਾ ਸਾਹਿਬ ਤੋਂ ਸਹਿਜ ਪਾਠ ਆ ਰਿਹਾ, ਸੰਗਤ ਟੈਲੀਵਿਜ਼ਨ ਰਾਹੀਂ ਤੁਹਾਡੇ ਘਰਾਂ 'ਚ ਸਕਰੀਨ ਰਾਹੀਂ ਪਹੁੰਚ ਰਿਹਾ। ਸੰਗਤਾਂ ਜੁੜੀਆਂ, ਸੰਗਤਾਂ ਨੇ
ਇੱਕ ਰਾਹਤ ਮਹਿਸੂਸ ਕੀਤੀ ਗੁਰੂ ਨਾਲ ਜੁੜ ਕੇ। ਔਰ ਸੰਗਤਾਂ ਦੀ ਮੁਰਾਦ ਨੂੰ ਮੁੱਖ ਰੱਖਦਿਆਂ ਹੋਏ ਫਿਰ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਵੈਸਟ ਬ੍ਰਹਮਿਸ਼ ਤੋਂ ਵੀ ਸਹਿਜ ਪਾਠ ਆਰੰਭਿਆ ਗਿਆ। ਇੱਕ ਨਹੀਂ, ਇੱਕ ਖਤਮ ਹੋਇਆ, ਬਾਅਦ 'ਚ ਦੂਜਾ ਵੀ, 2 ਲਗਾਤਾਰ ਸਹਿਜ ਪਾਠ ਕੀਤੇ ਗਏ। ਤੇ ਫਿਰ ਤੀਜਾ ਜਿਹੜਾ ਯਾਨੀ ਕਿ ਪਹਿਲਾ ਸਹਿਜ ਪਾਠ ਕੀਤਾ ਗਿਆ ਸੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ, ਦੂਜਾ ਤੇ ਤੀਜਾ ਸਹਿਜ ਪਾਠ, 2 ਸਹਿਜ ਪਾਠ ਗੁਰਦੁਆਰਾ ਹਰਿਰਾਏ ਸਾਹਿਬ ਤੋਂ ਕੀਤੇ ਗਏ। ਤੇ ਫਿਰ ਚੌਥਾ ਸਹਿਜ ਪਾਠ ਬੜੂ ਸਾਹਿਬ ਤੋਂ ਕੀਤਾ ਗਿਆ। ਉਹ ਬੜੂ ਸਾਹਿਬ ਆਪ ਸਾਹਮਣੇ ਦੇਖਿਆ, ਸੰਗਤ ਟੈਲੀਵਿਜ਼ਨ ਦੀ ਇੱਕ ਤਰ੍ਹਾਂ ਦੀ ਕੋਲੈਬੋਰੇਸ਼ਨ ਰਹੀ ਆ ਇਹ ਕਲਗੀਧਰ ਟਰਸਟ ਬੜੂ ਸਾਹਿਬ ਦੇ ਨਾਲ। ਜਦੋਂ ਸੰਗਤ ਟੈਲੀਵਿਜ਼ਨ ਸ਼ੁਰੂ ਹੋਇਆ ਸੀ ਉਦੋਂ ਵੀ ਬੱਚਿਆਂ ਨੇ ਸਹਿਜ ਪਾਠ ਕੀਤਾ ਸੀ, ਉਹ ਤੁਸੀਂ ਦੇਖਦੇ ਸੋ ਲੜੀਵਾਰ। ਪਰ ਇੱਕ ਸਹਿਜ ਪਾਠ ਫਿਰ ਬੜੂ ਸਾਹਿਬ ਦੀ ਧਰਤੀ ਤੋਂ ਉੱਥੋਂ ਲਾਈਵ ਸ਼ੁਰੂ ਕਰਕੇ ਉਹ ਸੰਗਤਾਂ ਦੇ ਸਨਮੁਖ ਕੀਤਾ ਗਿਆ ਤਾਂ ਕਿ ਸੰਗਤਾਂ ਘਰ ਬੈਠੀਆਂ ਬਾਣੀ ਨਾਲ ਜੁੜੀਆਂ ਰਹਿ ਸਕਣ। ਉਹ ਚੌਥਾ ਸਹਿਜ ਪਾਠ ਸੀ। ਤੇ ਪੰਜਵਾਂ ਸਹਿਜ ਪਾਠ ਫਿਰ ਗੁਰਦੁਆਰਾ ਹਰਿਰਾਏ ਸਾਹਿਬ ਤੋਂ ਕੀਤਾ ਗਿਆ। 5 ਸਹਿਜ ਪਾਠ ਉਹਨਾਂ ਦਿਨਾਂ ਜਦੋਂ ਮਹਾਮਾਰੀ ਦਾ ਬਹੁਤ ਜ਼ੋਰ ਸੀ, ਜਦੋਂ ਲੋਕ ਇੱਦਾਂ ਮਹਿਸੂਸ ਕਰਦੇ ਸਨ ਪਤਾ ਨਹੀਂ ਕੀ ਹੋ ਜਾਣਾ ਹੈ, ਪਰ ਉਦੋਂ ਗੁਰੂ ਦਾ ਓਟ ਆਸਰਾ ਲੈਣ ਲਈ, ਗੁਰਬਾਣੀ ਨਾਲ ਜੋੜਨ ਲਈ, ਗੁਰਬਾਣੀ ਸਿਖਾਉਂਦੀ ਆ ਮਨੁੱਖ ਨੂੰ ਔਖਿਆਂ ਸਮਿਆਂ 'ਚ ਕਿੱਦਾਂ ਵਿਚਰਨਾ ਹੈ। ਤੇ 5 ਸਹਿਜ ਪਾਠ ਲਗਾਤਾਰ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਪੰਜਵਾਂ, ਇੱਦਾਂ ਕੀਤੇ ਗਏ। ਸੰਗਤ ਟੈਲੀਵਿਜ਼ਨ ਦੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਤਿਹਾਸਕ ਵਰ੍ਹਾ ਸੀ, ਸੰਗਤ ਟੈਲੀਵਿਜ਼ਨ ਨੇ 10 ਵਰ੍ਹੇ ਪੂਰੇ ਕਰਨੇ ਸਨ, ਬੜੀਆਂ ਵੱਡੀਆਂ ਪ੍ਰਾਪਤੀਆਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਸਨ। ਉਹ ਵੀ ਇੱਥੋਂ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਤੋਂ ਕੀਤੀਆਂ ਗਈਆਂ। ਵੱਖ-ਵੱਖ ਪ੍ਰੋਗਰਾਮ ਵੀ ਕੀਤੇ ਗਏ, ਲਗਾਤਾਰ ਪ੍ਰੋਗਰਾਮ ਕੀਤੇ ਗਏ, ਇੱਥੋਂ ਤੱਕ ਕਿ ਪਹਿਲੀ ਵਾਰੀ ਸੰਗਤ ਟੈਲੀਵਿਜ਼ਨ ਨੇ ਆਪ ਗੀਤ ਤਿਆਰ ਕਰਵਾਏ ਵੀ ਤੇ ਆਪ ਸਭ ਨੂੰ ਦਿਖਾਏ ਵੀ। 2 ਗੀਤ ਸੰਗਤ ਟੈਲੀਵਿਜ਼ਨ ਦੀ ਕਾਰਗੁਜ਼ਾਰੀ ਬਾਰੇ 2 ਗੀਤ ਆਪ ਸਭ ਦੇ ਸਨਮੁਖ ਕੀਤੇ ਗਏ। ਇੱਕ ਬੜਾ ਨਾਮਵਰ ਸਿੰਗਰ ਸਾਡੇ ਆਪਣਾ ਸੰਗੀਤ ਗਰੁੱਪ ਵਾਲੇ ਕੁਲਵੰਤ ਸਿੰਘ ਭਮਰਾ ਜੀ ਦਾ ਗਾਇਆ ਹੋਇਆ ਤੇ ਦੂਜਾ ਬਬਲੂ ਮਟੌਰ ਜੀ ਦਾ ਗਾਇਆ ਹੋਇਆ। 2 ਗੀਤ ਆਪ ਸਭ ਦੇ ਸਨਮੁਖ ਕੀਤੇ ਗਏ ਵੱਖ-ਵੱਖ ਸਮਿਆਂ ਦੇ ਵਿੱਚ, ਆਪ ਸਭ ਨੇ ਉਹ ਸੁਣੇ ਵੀ। ਸੋ ਉਹ ਵੀ ਇੱਕ ਤਰ੍ਹਾਂ ਦਾ ਜੋੜਨ ਵਾਲੀ ਗੱਲ ਸੀ, ਜਿੱਥੇ ਪ੍ਰਾਪਤੀਆਂ ਦੱਸਣ ਦੀ ਗੱਲ, ਉੱਥੇ ਸੰਗਤ ਨੂੰ ਜੋੜਨ ਦੀ ਗੱਲ, ਗੀਤ ਸੰਗੀਤ ਨਾਲ ਜੋੜਨ ਦੀ ਗੱਲ ਉਹ ਵੀ ਸੀ। ਪਰ ਨਾਲ ਕਿਉਂਕਿ ਸੰਗਤ ਟੈਲੀਵਿਜ਼ਨ ਨੇ ਇੱਥੇ ਵੱਡੇ ਪ੍ਰੋਗਰਾਮ ਲਿਖੇ ਸਨ, ਹੋ ਨਹੀਂ ਸਨ ਸਕਦੇ, ਗੁਰਦੁਆਰੇ 'ਚ ਵੱਡੇ ਇਕੱਠ ਨਹੀਂ ਸਨ ਹੋ ਸਕਦੇ, ਤਾਂ ਜਿਹੜੀ ਸਾਨੂੰ ਰਾਹਤ ਮਿਲੀ, ਜਿਹੜਾ ਸਾਡਾ ਧੁਰਾ ਹੈ ਜਿੱਥੋਂ ਸੰਗਤ ਟੈਲੀਵਿਜ਼ਨ ਸ਼ੁਰੂ ਕੀਤਾ ਗਿਆ ਸੀ, ਪਹਿਲਾਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਿਖੇ ਅਖੰਡ ਪਾਠ ਕਰਕੇ ਇੱਕ ਤਰ੍ਹਾਂ ਦਾ ਹੁਕਮਨਾਮਾ ਲੈ ਕੇ ਇੱਥੋਂ ਗੱਲ ਕੀਤੀ ਗਈ ਸੀ। ਬਾਅਦ 'ਚ ਜਦੋਂ ਸ਼ੁਰੂ ਕੀਤਾ ਜਾਣਾ ਸੀਗਾ ਸੰਗਤ ਟੈਲੀਵਿਜ਼ਨ ਲਾਈਵ, ਉਦੋਂ ਬਿਲਕੁਲ ਅਕਾਲ ਤਖਤ ਤੇ ਜਾ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਅਖੰਡ ਪਾਠ ਕਰਾ ਕੇ ਸ਼ੁਰੂ ਕੀਤਾ ਗਿਆ ਸੀ। ਤੇ ਹੁਣ ਜਦੋਂ 10 ਸਾਲ ਪੂਰੇ ਹੋਏ ਫਿਰ ਉਹੀ ਪਿਰਤ ਕਾਇਮ ਰੱਖੀ ਗਈ, ਅਕਾਲ ਤਖਤ ਸਾਹਿਬ ਦੇ ਉੱਤੇ ਅਖੰਡ ਪਾਠ ਰਖਵਾਏ ਗਏ। ਬੇਸ਼ੱਕ ਸਾਡੇ ਵਿੱਚੋਂ ਇੱਥੋਂ ਬਹੁਤ ਬੰਦੇ ਨਹੀਂ ਸਨ ਜਾ ਸਕਦੇ, ਸਮਾਂ ਇੱਦਾਂ ਦਾ ਸੀ, ਆਵਾਜਾਈ ਠੱਪ ਹੋਈ ਸੀ, ਪਰ ਫਿਰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਅਖੰਡ ਪਾਠ ਹੋਇਆ। ਔਰ ਸ਼ਾਇਦ ਪਹਿਲੀ ਵਾਰ ਇੱਦਾਂ ਹੋਇਆ ਵੀ ਅਖੰਡ ਪਾਠ ਦਾ ਆਰੰਭ ਵੀ, ਮੱਧ ਵੀ ਤੇ ਉਸ ਦੀ ਸੰਪੂਰਨਤਾ ਵਾਲਾ ਸਮਾਂ ਵੀ, ਭੋਗ ਵਾਲਾ ਸਮਾਂ ਵੀ, ਸਾਰੇ ਦਾ ਸਾਰਾ ਉਹ ਸੰਗਤ ਟੈਲੀਵਿਜ਼ਨ ਦੇ ਰਾਹੀਂ ਆਪ ਨੂੰ ਇੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਦਿਖਾਇਆ ਗਿਆ। ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਅਖੰਡ ਪਾਠ ਕੀਤਾ ਗਿਆ, ਪਰ ਬਾਣੀ ਨਾਲ ਜੋੜਨਾ ਹੈ, ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਸੀ। ਜਿੱਥੇ ਨਾਲ ਸੰਗਤ ਟੈਲੀਵਿਜ਼ਨ ਦੇ ਲਈ ਅਰਦਾਸਾਂ ਕੀਤੀਆਂ ਗਈਆਂ, ਸੰਗਤ ਟੈਲੀਵਿਜ਼ਨ ਦੀ ਸੇਵਾ ਦੀ ਗੱਲ ਕੀਤੀ ਗਈ, ਉੱਥੇ ਨਾਲ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਵੀ ਕੀਤੀਆਂ ਗਈਆਂ। ਤੇ ਫਿਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਕਿ ਸੰਗਤ ਟੈਲੀਵਿਜ਼ਨ ਦੇ ਚੇਅਰਮੈਨ ਨੇ, ਟਰਸਟ ਦੇ ਚੇਅਰਮੈਨ ਨੇ, ਸੰਗਤ ਟਰਸਟ ਦੇ ਚੇਅਰਮੈਨ ਨੇ, ਉਹਨਾਂ ਦੀ ਹਦਾਇਤ ਦੇ ਮੁਤਾਬਕ ਕਿ ਸਰਬੱਤ ਦੇ ਭਲੇ ਲਈ ਇੱਕ ਹੋਰ ਅਖੰਡ ਪਾਠ ਕੀਤਾ ਹੈ ਤੇ ਕੀਤਾ ਵੀ ਉਸ ਸਥਾਨ ਤੋਂ ਜਾਵੇ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰੀ, ਜਿੱਥੇ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਬਈਂਦੀ ਉਹ ਸਾਖੀ ਆਪਾਂ ਸਾਰੇ ਜਾਣਦੇ ਹਾਂ, ਜਿੱਥੇ ਪਰਮਾਤਮਾ ਨੇ ਆਖਿਆ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਨਾਨਕ ਨੂੰ ਆਖਿਆ ਤੂੰ ਗੁਰ ਪਰਮੇਸ਼ਰ, ਤੇ ਗੁਰੂ ਨਾਨਕ ਨੇ ਉੱਥੇ ਮੂਲ ਮੰਤਰ ਦਾ ਉਚਾਰਨ ਕੀਤਾ। ਜਿੱਥੇ ਮੂਲ ਮੰਤਰ ਸਥਾਨ ਬਣ ਰਿਹਾ ਹੈ, ਇੱਕ ਓਂਕਾਰ ਸਥਾਨ ਵੀ ਆਪਾਂ ਕਹਿ ਦਿੰਦੇ ਹਾਂ, ਉਸ ਮੂਲ ਮੰਤਰ ਸਥਾਨ ਤੋਂ ਅਖੰਡ ਪਾਠ ਆਪ ਸਭ ਨਾਲ ਸਨਮੁਖ ਕੀਤਾ ਗਿਆ। ਆਪ ਸਭ ਸਰਬੱਤ ਦੇ ਭਲੇ ਦੀ ਅਰਦਾਸ ਵਿੱਚੇ ਗੁਰੂ ਨਾਨਕ ਸਾਹਿਬ ਦਾ 551ਵਾਂ, ਕਿਉਂਕਿ ਆਪਾਂ ਜਦੋਂ ਗੁਰੂ ਨਾਨਕ ਸਾਹਿਬ 550 ਸਾਲਾ ਸ਼ਤਾਬਦੀ ਮਨਾ ਕੇ ਹਟੇ ਸਨ ਤੇ ਬਹੁਤ ਵੱਡੇ ਫੰਕਸ਼ਨ ਸਨ। ਨਨਕਾਣਾ ਸਾਹਿਬ ਦੀ ਧਰਤੀ ਤੇ, ਸੁਲਤਾਨਪੁਰ ਦੀ ਧਰਤੀ ਤੇ ਆਪ ਸਭ ਦੇ ਸਨਮੁਖ ਵੀ ਕੀਤੇ ਗਏ ਸਨ, ਵਾਰ-ਵਾਰ ਸਨਮੁਖ ਕੀਤੇ ਗਏ ਉਹ। ਤੇ ਜਦੋਂ 551 ਉਹਨਾਂ ਸਮਾਗਮਾਂ ਦੀ ਸੰਪੂਰਨਤਾ ਹੋਣੀ ਸੀ, ਉਹ ਵੀ ਸੁਲਤਾਨਪੁਰ, ਤੇ ਸੁਲਤਾਨਪੁਰ ਫਿਰ ਸੰਪੂਰਨਤਾ ਦੇ ਉੱਤੇ ਵੀ ਅਖੰਡ ਪਾਠ ਕੀਤਾ ਗਿਆ, ਜਿਹੜਾ ਆਪ ਸਭ ਨੂੰ ਦਿਖਾਇਆ ਗਿਆ ਲੈ ਵੀ।
ਤੇ ਨਾਲ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਮਹਾਮਾਰੀ ਦੇ ਸਮਿਆਂ ਦੇ ਵਿੱਚ। ਪਰ ਕੱਲਾ ਕਿਉਂਕਿ ਸੰਗਤ ਟੈਲੀਵਿਜ਼ਨ ਜਿੱਥੇ ਤੁਹਾਡੇ ਮਨਾਂ ਨੂੰ ਠੁੰਮਣਾ ਦੇਣ ਦੇ ਲਈ, ਮਨਾਂ ਦੇ ਅੰਦਰ ਗੁਰੂ ਪ੍ਰਤੀ ਸਤਿਕਾਰ ਭਰਨ ਦੇ ਲਈ, ਇੱਕ ਮਨਾਂ ਨੂੰ ਤਕੜਾ ਕਰਨ ਦੇ ਲਈ, ਮਾਨਸਿਕ ਤੌਰ ਤੇ ਤਕੜਾ ਕਰਨ ਦੇ ਲਈ, ਕਿਉਂਕਿ ਜਦੋਂ ਮਹਾਮਾਰੀਆਂ ਚੱਲ ਰਹੀਆਂ ਹੋਣ ਤਾਂ ਮਨੁੱਖ ਨੂੰ ਮਾਨਸਿਕ ਤੌਰ ਤੇ ਤਕੜਾ ਰਹਿਣਾ ਚਾਹੀਦਾ, ਬਾਣੀ ਨਾਲ ਜੋੜਦਾ ਰਿਹਾ। ਉੱਥੇ ਨਾਲ ਜਿੱਥੇ ਵੀ ਲੋੜ ਮਹਿਸੂਸ ਹੋਈ ਉੱਥੇ ਜਿੰਨੀ ਕੋਈ ਮਦਦ ਪਹੁੰਚਾ ਸਕਦੇ ਸੀ ਮਦਦ ਵੀ ਪਹੁੰਚਾਈ ਗਈ। ਕਰੋਨਾ ਵਾਇਰਸ ਦਾ ਸਮਾਂ ਸੀ, ਲੋੜ ਸੀ ਮਦਦ ਦੀ, ਤੇ ਸਭ ਤੋਂ ਵੱਡੀ ਲੋੜ ਹੁੰਦੀ ਕਿ ਮਹਾਮਾਰੀਆਂ ਦੇ ਸਮੇਂ ਲੋਕਾਂ ਦੇ ਕੰਮਕਾਰ ਠੱਪ ਹੋ ਜਾਂਦੇ ਆ, ਭੁੱਖਮਰੀ ਹੋ ਜਾਂਦੀ ਆ। ਭੁੱਖਮਰੀ ਤੋਂ ਬਾਅਦ ਫਿਰ ਮਹਾਮਾਰੀਆਂ ਬੰਦਿਆਂ ਨੂੰ ਹੋਰ ਮਾਰਨਾ ਸ਼ੁਰੂ ਕਰਦੀਆਂ ਨੇ, ਤੇ ਭੁੱਖਮਰੀ ਨਾ ਪਵੇ। ਮਹਾਮਾਰੀ ਤਾਂ ਹੈ, ਉਹਦਾ ਮੁਕਾਬਲਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਕਿ ਭੁੱਖਮਰੀ ਨਾ ਪੈ ਜਾਵੇ, ਕਿ ਲੋਕੀ ਭੁੱਖਾਂ ਨਾਲ ਨਾ ਮਰਨ ਲੱਗ ਪੈਣ। ਉਹਨੂੰ ਤੋੜਨ ਦੇ ਲਈ ਸੰਤ ਬਾਬਾ ਸਤਨਾਮ ਸਿੰਘ, ਜਿਹੜੇ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਤੋਂ ਵਰਸਾਏ ਹੋਏ, ਉਹਨਾਂ ਦੇ ਨਾਲ ਰਲ ਕੇ ਪੰਜਾਬ ਤੇ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਕਈ ਥਾਵਾਂ ਤੇ ਲੰਗਰ ਸ਼ੁਰੂ ਕੀਤੇ ਗਏ। ਇਤਿਹਾਸਕ ਸਥਾਨ ਸਨ, ਬੇਸ਼ੱਕ ਉਹ ਕਿਲ੍ਹਾ ਆਨੰਦਗੜ੍ਹ ਵਾਲਾ ਸਥਾਨ ਸੀ, ਬੇਸ਼ੱਕ ਉਹ ਗੁਰਦੁਆਰਾ ਗੁਰੂ ਕੇ ਮਹਿਲ, ਕਿਲ੍ਹਾ ਆਨੰਦਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲਾ, ਇਹ ਗੁਰੂ ਕੇ ਮਹਿਲ ਗੁਰਦੁਆਰਾ ਅੰਮ੍ਰਿਤਸਰ ਜਿੱਥੇ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਹੋਇਆ ਉਹ ਉੱਥੇ, ਤੇ ਬੇਸ਼ੱਕ ਉਹ ਬਾਬੇ ਬਕਾਲੇ ਵਿੱਚ ਸਨ ਉੱਥੇ, ਤੇ ਬੇਸ਼ੱਕ ਜਿੱਥੇ ਪਿੰਡ ਹੈ ਨੌਰਾ ਉੱਥੇ, ਤੇ ਬੇਸ਼ੱਕ PGI ਹਸਪਤਾਲ ਦੇ ਬਿਲਕੁਲ ਸਾਹਮਣੇ ਜਿੱਥੇ ਬਹੁਤ ਲੋਕੀ ਜਾ ਰਹੇ ਸਨ ਬਿਮਾਰ ਹੋ ਕੇ, ਉੱਥੇ ਇਹਨਾਂ 5-6 ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਗਾਏ। ਔਰ ਜਿੱਥੇ ਲੋੜ ਪਈ ਵੱਡੇ ਪੱਧਰ ਤੇ ਸੰਗਤ ਟੈਲੀਵਿਜ਼ਨ ਨਾਲ ਖੜਾ ਹੋਇਆ, ਲੰਗਰਾਂ ਦੀ ਸੇਵਾ ਕੀਤੀ ਗਈ। ਔਰ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਦੋਂ ਆਪਾਂ 2019 ਦੀ ਗੱਲ ਕਰਦੇ ਹਾਂ, 2020 ਅਜੇ ਜੋ ਚੜ੍ਹਿਆ ਹੀ ਨਹੀਂ ਸੀ, ਤੇ ਉਦੋਂ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਹੜ੍ਹਾਂ ਵਾਲੀ ਹਾਲਾਤ ਬਣੇ ਸਨ ਬਹੁਤ ਵੱਡੇ, ਖਾਸ ਕਰਕੇ ਦੁਆਬੇ ਵਾਲੇ ਬੰਨੇ, ਸੁਲਤਾਨਪੁਰ ਵਾਲੇ ਬੰਨੇ ਵੇਈ ਉਛਲ ਗਈ ਸੀ ਤੇ ਬੜਾ ਨੁਕਸਾਨ ਹੋਇਆ ਸੀ, ਖੇਤਾਂ ਦਾ, ਫਸਲਾਂ ਦਾ ਨੁਕਸਾਨ ਹੋਇਆ ਸੀ, ਤੇ ਉਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਸੀ। ਉਹਦੇ ਵਿੱਚ ਸੰਗਤ ਟੈਲੀਵਿਜ਼ਨ ਇੱਥੋਂ ਸਾਡੀ ਟੀਮ ਗਈ ਸੀ, ਸਾਡੇ ਟਰਸਟੀ ਗਏ ਸਨ, ਵੀਰ ਰਣਧੀਰ ਸਿੰਘ ਜੀ ਗਏ ਸਨ, ਵੀਰ ਜੀਤ ਸਿੰਘ ਜੀ ਗਏ ਸਨ, ਅਵਤਾਰ ਸਿੰਘ ਚੰਦਰ ਗਏ ਸਨ, ਸਰਦਾਰ ਜਗਮੋਹਨ ਸਿੰਘ ਜੀ ਗਏ ਸਨ। ਇੱਥੋਂ ਜਦੋਂ ਗਏ ਸਨ ਉਹਨਾਂ ਨੇ ਜਾ ਕੇ, ਭਾਈ ਲੱਖਾ ਸਿੰਘ ਜੀ ਸ਼ਾਇਦ ਉੱਥੇ ਸਨ, ਤੇ ਉਹਨਾਂ ਨੇ ਜਾ ਕੇ ਜਿਹੜੇ ਜਾਇਜ਼ਾ ਕੀਤਾ ਤੇ ਮਦਦ ਕਰਨੀ ਸ਼ੁਰੂ ਕੀਤੀ ਸੀ। ਉਦੋਂ ਵੀ ਮਦਦ ਕੀਤੀ ਸੀ, ਪਰ ਕਿਉਂਕਿ ਮਦਦ ਦੇ ਕੰਮ ਕਈ ਵਾਰੀ ਜਦੋਂ ਆਫਤਾਂ ਲੰਘ ਜਾਂਦੀਆਂ ਨੇ, ਵਿਪਤਾ ਲੰਘ ਜਾਂਦੀ, ਉਦੋਂ ਪਤਾ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ। ਤੇ ਉਸ ਹੜ੍ਹਾਂ ਦੇ ਨਾਲ ਜਿਹੜੇ 2 ਗੁਰਦੁਆਰਿਆਂ ਦਾ ਨੁਕਸਾਨ ਹੋਇਆ ਸੀ, ਉਹ 2 ਗੁਰਦੁਆਰੇ ਦੁਬਾਰਾ ਬਣਾ ਕੇ, ਉਹਨਾਂ ਦੀ ਮੁਰੰਮਤ ਕਰਵਾ ਕੇ ਦੁਬਾਰਾ ਬਣਾ ਕੇ ਸੰਗਤਾਂ ਨੂੰ ਸਪੁਰਦ ਕੀਤੇ ਗਏ 2020 ਦੇ ਵਿੱਚ। ਤੇ ਨਾਲ ਇਹ ਸੋਚਿਆ ਗਿਆ ਕਿ ਬਾਕੀ ਵਰਗਾਂ ਦੀ ਤਾਂ ਮਦਦ ਹੋ ਗਈ, ਕਿਸਾਨਾਂ ਦੀ ਮਦਦ ਹੋ ਗਈ, ਪਿੰਡੂ ਲੋਕਾਂ ਦੀ ਮਦਦ ਹੋ ਗਈ, ਪਸ਼ੂਆਂ ਦੇ ਚਾਰੇ ਦੀ ਮਦਦ ਹੋ ਗਈ, ਪਰ ਉਹ ਗ੍ਰੰਥੀ ਜਿਨ੍ਹਾਂ ਦੀ ਪੱਕੀਆਂ ਨੌਕਰੀਆਂ ਨਹੀਂ ਸਨ, ਜਿਨ੍ਹਾਂ ਕੋਲ ਹੋਰ ਕੋਈ ਕੰਮਕਾਰ ਵੀ ਨਹੀਂ ਸਨ, ਮਹਾਮਾਰੀ ਆਈ ਤੇ ਉਹਨੇ ਉਸ ਆਈ ਹੋਈ ਮਹਾਮਾਰੀ ਨੇ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਸਮਾਗਮ ਰੁਕ ਗਿਆ, ਅਖੰਡ ਪਾਠ ਰੁਕ ਗਿਆ, ਤੇ ਗ੍ਰੰਥੀ ਜਿਹੜੇ ਸਨ, ਜਿਹੜੇ ਗ੍ਰੰਥੀ ਦੇ ਤੌਰ ਤੇ ਵਿਚਰਦੇ ਸਨ, ਉਹਨਾਂ ਦੇ ਕੋਲ ਨਿਰਵਾਹ ਦੇ ਲਈ ਕੋਈ ਗੱਲ ਨਹੀਂ ਰਹੀ। ਸੋ ਉਹਨਾਂ ਦੇ ਲਈ ਇੱਕ ਨਿਸ਼ਾਨਦੇਹੀ ਕੀਤੀ ਗਈ ਪੂਰੇ ਇਲਾਕੇ ਦੇ ਵਿੱਚ, ਜਿਹੜਾ ਹੜ੍ਹ ਵਾਲਾ ਇਲਾਕਾ ਸੀ ਉਹਦੇ ਵਿੱਚ, ਤੇ ਉਹ ਨਿਸ਼ਾਨਦੇਹੀ ਕਰਨ ਦਾ ਕੰਮ ਕੀਤਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ। ਪੰਥ ਦੀ ਬੜੀ ਨਾਮਵਰ ਹਸਤੀ ਹੈ, ਇਤਨੀ ਸੇਵਾ ਕੀਤੀ ਹੋਈ ਆ ਉਹਨਾਂ ਨੇ ਕਿ ਉਹਨਾਂ ਦੀ ਸੇਵਾ ਨੂੰ ਲੋਕਾਂ ਨੇ ਵੀ ਰਿਕੋਗਨਾਈਜ਼ ਕੀਤਾ ਹੈ, ਤੇ ਦੇਸ਼ ਵਿਦੇਸ਼ ਨੇ ਵੀ ਕੀਤਾ ਹੈ, ਸਰਕਾਰਾਂ ਨੇ ਵੀ ਕੀਤਾ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬੜਾ ਵੱਡਾ ਨਾਮਨਾ ਉਹਨਾਂ ਦਾ, ਤੇ ਉਹਨਾਂ ਨੇ ਇੱਕ ਪੂਰੀ ਟੀਮ ਲਾ ਕੇ ਗ੍ਰੰਥੀਆਂ ਦੀ ਵੱਖ-ਵੱਖ ਪਿੰਡਾਂ 'ਚ ਜਾ ਕੇ ਨਿਸ਼ਾਨਦੇਹੀ ਕੀਤੀ ਕਿ ਕਿਹੜੇ ਗ੍ਰੰਥੀ ਸਨ ਜਿਨ੍ਹਾਂ ਨੂੰ ਲੋੜ ਸੀ। ਤੇ ਇੱਥੋਂ ਸੰਗਤ ਟੈਲੀਵਿਜ਼ਨ ਦੀ ਟੀਮ ਗਈ ਬਾਬਾ ਸੇਵਾ ਸਿੰਘ ਦੀ ਉਸ ਟੀਮ ਦੇ ਨਾਲ ਜੁੜ ਕੇ, ਇੱਥੋਂ ਭਾਈ ਲੱਖਾ ਸਿੰਘ ਜੀ ਮੋਹਰੀ ਹੋ ਕੇ ਗਏ, ਉਹਨਾਂ ਨੇ ਜਾ ਕੇ ਵੱਖ-ਵੱਖ ਗ੍ਰੰਥੀਆਂ ਦੀ ਮਦਦ ਲਈ ਸੰਗਤ ਟੈਲੀਵਿਜ਼ਨ, ਕਿਸੇ ਨੂੰ 52,000, ਕਿਸੇ ਨੂੰ 31,000, ਇੱਦਾਂ ਮਦਦ ਵੀ ਕੀਤੀ ਗਈ, ਗ੍ਰੰਥੀਆਂ ਦੀ ਮਦਦ ਕੀਤੀ ਗਈ। ਔਰ ਗ੍ਰੰਥੀਆਂ ਨੇ ਫਿਰ ਇੱਕ ਸਹਿਜ ਪਾਠ ਆਪ ਮਿਲ ਕੇ ਕੀਤਾ ਉਹਨਾਂ ਨੇ, ਜਿਨ੍ਹਾਂ ਦੀ ਮਦਦ ਕੀਤੀ ਗਈ ਸੀ ਬੜੀ ਸ਼ਰਧਾ ਦੇ ਨਾਲ, ਸ਼ੁਕਰਾਨੇ ਵਜੋਂ ਕਿ ਜਿਨ੍ਹਾਂ ਸੰਗਤਾਂ ਨੇ ਸੰਗਤ ਟੈਲੀਵਿਜ਼ਨ ਦੇ ਰਾਹੀਂ ਮਦਦ ਭੇਜੀ ਹੈ, ਉਹਨਾਂ ਦੇ ਭਲੇ ਦੇ ਲਈ, ਉਹਨਾਂ ਦੀ ਚੜ੍ਹਦੀ ਕਲਾ ਦੇ ਲਈ, ਸੰਗਤ ਟੈਲੀਵਿਜ਼ਨ ਦੀ ਚੜ੍ਹਦੀ ਕਲਾ ਦੇ ਲਈ, ਉਹ ਲੋਕ ਜਿਹੜੇ ਜਿਨ੍ਹਾਂ ਦੇ ਰਾਹੀਂ ਮਦਦ ਗਈ ਉਹਨਾਂ ਦੇ ਲਈ, ਤੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦੇ ਲਈ ਉਹ ਸਹਿਜ ਪਾਠ ਇੱਕ ਉਹਨਾਂ ਗ੍ਰੰਥੀਆਂ ਵੱਲੋਂ ਵੀ ਕੀਤਾ ਗਿਆ। ਤੇ ਉਹ ਸਹਿਜ ਪਾਠ ਆਪਾਂ ਸੰਗਤ ਟੈਲੀਵਿਜ਼ਨ ਦਾ ਤੁਹਾਨੂੰ ਦਿਖਾਇਆ ਵੀ, ਅਰਦਾਸ ਵੀ ਦਿਖਾਈ। ਸੋ ਇਹ ਵੀ 2020 ਦੀ ਇੱਕ ਪ੍ਰਾਪਤੀ ਸੀ ਕਿ ਜਿਨ੍ਹਾਂ ਨੇ ਮਦਦ ਕੀਤੀ ਉਹ
ਜਿਨ੍ਹਾਂ ਨੂੰ ਮਦਦ ਗਈ ਉਹ ਤੇ ਜਿਹੜਾ ਵਿੱਚ ਵਿਚੋਲਾ ਬਣਿਆ ਸੰਗਤ ਟੀਵੀ ਤੇ ਜਿਹੜੀ ਸਾਡੀ ਟੀਮ ਉੱਥੇ ਗਈ, ਸਾਰੇ ਮਿਲ ਕੇ ਇਕੱਠੇ ਬੈਠ ਕੇ ਇੱਕ ਤਰ੍ਹਾਂ ਦਾ ਸਾਰਿਆਂ ਨੂੰ ਇਕੱਠਿਆਂ ਨੂੰ ਜੋੜਨ ਵਾਲੀ ਗੱਲ ਸੰਗਤ ਟੈਲੀਵਿਜ਼ਨ ਦੇ ਵੱਲੋਂ ਕੀਤੀ ਗਈ। ਔਰ ਇਹਦੇ ਨਾਲ ਜਿੱਥੇ ਆਪਾਂ ਅਖੰਡ ਪਾਠਾਂ ਦੀ ਗੱਲ ਕੀਤੀ, ਅਕਾਲ ਤਖਤ ਸਾਹਿਬ ਤੋਂ ਅਖੰਡ ਪਾਠ ਕੀਤਾ ਗਿਆ ਔਰ ਨਾਲ ਇੱਕ ਅਖੰਡ ਪਾਠ ਇੱਕ ਓਂਕਾਰ ਅਸਥਾਨ ਮੂਲ ਮੰਤਰ ਅਸਥਾਨ ਤੋਂ ਕੀਤਾ ਗਿਆ। ਜਦੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ, ਜਦੋਂ ਮਹਾਮਾਰੀ ਅਜੇ ਵੀ ਚੱਲ ਰਹੀ ਆ, ਜਦੋਂ ਮਹਾਮਾਰੀ ਇਹ ਦੁਨੀਆ ਦੇ ਵਿੱਚ ਹੋਰ ਖਤਰਨਾਕ ਹੁੰਦੀ ਜਾਪ ਰਹੀ ਹੈ, ਸੰਗਤਾਂ ਨੂੰ ਸੁਚੇਤ ਕਰਨ ਦੇ ਲਈ ਸੰਗਤ ਟੈਲੀਵਿਜ਼ਨ ਨੇ ਆਪਣਾ ਫਰਜ਼ ਸਮਝਦਿਆਂ ਹਰ ਹਫ਼ਤੇ ਗਾਹੇ ਬਗਾਏ ਜਦੋਂ ਵੀ ਸਮਾਂ ਲੱਗਾ, ਜਦੋਂ ਵੀ ਲੋੜ ਮਹਿਸੂਸ ਹੋਈ ਕਿ ਕੋਈ ਨਵੀਂ ਚੀਜ਼ ਆ ਰਹੀ ਹੈ, ਕੋਈ ਨਵੀਂ ਗੱਲ ਹੋ ਰਹੀ ਹੈ, ਕੋਈ ਨਵੀਂ ਦਵਾਈ ਆ ਰਹੀ ਹੈ, ਕੋਈ ਨਵੀਆਂ ਹਦਾਇਤਾਂ ਸਰਕਾਰ ਵੱਲੋਂ ਆ ਰਹੀਆਂ ਨੇ, ਕੋਈ NHS ਵੱਲੋਂ ਹਦਾਇਤਾਂ ਆ ਰਹੀਆਂ ਨੇ, ਉਹ ਸਾਰੀਆਂ ਦਿਖਾਉਣ ਦੇ ਲਈ ਐਕਸਪਰਟ ਇੱਥੇ ਸੱਦ ਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਕਰੋਨਾ ਵਾਇਰਸ ਦੇ ਬਾਰੇ ਸਪੈਸ਼ਲ ਪ੍ਰੋਗਰਾਮ ਵੀ ਕੀਤੇ ਗਏ। ਔਰ ਉਹਦੇ ਲਈ ਜਿੱਥੇ ਬਾਕੀ ਬੇਸ਼ੱਕ ਬਹੁਤ ਸਾਰੀਆਂ ਵੱਖ-ਵੱਖ ਹਸਤੀਆਂ ਵੀ ਉਹਦੇ ਲਈ ਆਉਂਦੀਆਂ ਰਹੀਆਂ, ਪਰ ਖਾਸ ਤੌਰ ਤੇ ਜੇ ਸੰਗਤ ਟੈਲੀਵਿਜ਼ਨ ਵੱਲੋਂ ਕਿਸੇ ਇੱਕ ਸ਼ਖਸੀਅਤ ਦਾ ਧੰਨਵਾਦ ਕਰਨਾ ਹੋਵੇ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ ਡਾਕਟਰ ਸੁਖਦੇਵ ਸਿੰਘ ਜੀ ਸਿੱਧੂ, ਜਿਹੜੇ ਕਿ NHS ਦੇ ਵਿੱਚ ਵੀ ਕੰਮ ਕਰਦੇ ਨੇ ਤੇ ਨਾਲ ਸਿੱਖ ਡਾਕਟਰ ਐਸੋਸੀਏਸ਼ਨ UK ਦੇ ਚੇਅਰਮੈਨ ਵੀ ਨੇ। ਉਹ ਉਚੇਚੇ ਤੌਰ ਤੇ ਜਦੋਂ ਵੀ ਉਹਨਾਂ ਨੂੰ ਆਵਾਜ਼ ਮਾਰੀ ਇੱਥੇ ਪਹੁੰਚਦੇ ਰਹੇ ਤੇ ਕਰੋਨਾ ਵਾਇਰਸ ਬਾਰੇ ਜਿਹੜੀ ਵੀ ਕੋਈ ਗੱਲ ਹੁੰਦੀ ਰਹੀ, ਮਹਾਮਾਰੀ ਬਾਰੇ ਜਿਹੜੀ ਵੀ ਕੋਈ ਹਦਾਇਤ ਸਰਕਾਰ ਵੱਲੋਂ ਆਉਂਦੀ ਰਹੀ, ਜਿਹੜੀ NHS ਵੱਲੋਂ ਆਉਂਦੀ ਰਹੀ, ਇਹ ਸਾਨੂੰ ਕੀ ਪ੍ਰੀਕਾਸ਼ਨ ਕਰਨੇ ਚਾਹੀਦੇ ਨੇ, ਗੁਰਦੁਆਰਿਆਂ ਨੂੰ ਕੀ ਕਰਨਾ ਚਾਹੀਦਾ, ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ, ਸਾਨੂੰ ਘਰਾਂ 'ਚ ਕਿੱਦਾਂ ਪਰਹੇਜ਼ ਰੱਖਣਾ ਚਾਹੀਦਾ, ਆਪਣੇ ਆਪ ਦਾ ਨਿੱਜੀ ਤੌਰ ਤੇ ਕਿੱਦਾਂ ਪਰਹੇਜ਼ ਰੱਖਣਾ ਚਾਹੀਦਾ, ਉਹਦੇ ਬਾਰੇ ਵੀ ਵਾਰ-ਵਾਰ ਪ੍ਰੋਗਰਾਮ ਆਪ ਸਾਹਮਣੇ ਕੀਤੇ ਗਏ ਤਾਂ ਕਿ ਸੰਗਤਾਂ ਅਪਡੇਟ ਰਹਿਣ ਤੇ ਕਿਸੇ ਦਾ ਅਣਜਾਣੇ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ। ਸੁਚੇਤ ਰਹਿਣ ਲਈ ਵਾਰ-ਵਾਰ ਗੱਲ ਕੀਤੀ ਗਈ। ਸੋ ਇਹ ਵੀ ਤਕਰੀਬਨ ਸਾਰਾ ਸਾਲ ਹੀ ਮਾਰਚ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਗਰਾਮ ਸਾਰਾ ਸਾਲ ਚੱਲੇ। ਜਦੋਂ ਵੀ ਕਿਤੇ ਲੋੜ ਪੈਂਦੀ ਆ ਆਪਸ ਦੇ ਨਾਲ ਜਿੱਥੇ ਲੋੜ ਪਵੇਗੀ ਆਪ ਦੇ ਨਾਲ ਐਕਸਪਰਟ ਆਉਣਗੇ, ਫਿਰ ਵੀ ਗੱਲ ਗਾਂ ਵੀ ਇਹ ਕੀਤੀ ਜਾਂਦੀ ਰਹੇਗੀ। ਜਦੋਂ ਸਹਿਜ ਪਾਠ ਕੀਤੇ ਜਾ ਰਹੇ ਸਨ ਸਰਬੱਤ ਦੇ ਭਲੇ ਤੇ, ਜਦੋਂ ਅਖੰਡ ਪਾਠ ਕੀਤੇ ਜਾ ਰਹੇ ਸਨ ਆਪ ਸਭ ਦਾ ਮਨੋਬਲ ਕਾਇਮ ਰੱਖਣ ਦੇ ਲਈ, ਜਦੋਂ ਕਰੋਨਾ ਵਾਇਰਸ ਬਾਰੇ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸਨ, ਉਸ ਸਮੇਂ ਭਾਰਤ ਸਰਕਾਰ ਵੱਲੋਂ 3 ਕਾਨੂੰਨ ਕਿਸਾਨਾਂ ਦੇ ਬਾਰੇ ਪਾਸ ਕਰ ਦਿੱਤੇ ਗਏ। ਪਾਰਲੀਮੈਂਟ 'ਚ ਜਿੱਥੇ ਤੱਕ ਸਾਨੂੰ ਪਤਾ ਲੱਗਾ ਬੜੀ ਕਾਹਲੀ ਨਾਲ ਕਾਨੂੰਨ ਪਾਸ ਕੀਤੇ ਗਏ, ਆਰਡੀਨੈਂਸ ਦੇ ਨਾਲ ਲਿਆਂਦੇ ਗਏ ਔਰ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਕਾਨੂੰਨ ਉਹਨਾਂ ਲਈ ਖਤਰਨਾਕ ਹੈ। ਪੰਜਾਬ ਤੋਂ ਇੱਕ ਐਜੀਟੇਸ਼ਨ ਸ਼ੁਰੂ ਹੋ ਗਈ ਔਰ ਜਦੋਂ ਪੰਜਾਬ ਤੋਂ ਐਜੀਟੇਸ਼ਨ ਸ਼ੁਰੂ ਹੋ ਗਈ, ਜਦੋਂ ਸੜਕਾਂ ਦੀ ਆਵਾਜਾਈ ਠੱਪ ਹੋ ਗਈ, ਜਦੋਂ ਰੇਲਵੇ ਟਰੈਕ ਤੱਕ ਠੱਪ ਹੋ ਗਿਆ, ਸਾਰਾ ਕੁਝ ਹੋ ਗਿਆ, ਤਾਂ ਸੰਗਤ ਟੈਲੀਵਿਜ਼ਨ ਆਪਣਾ ਫਰਜ਼ ਸਮਝਦਿਆਂ ਹੋਇਆ ਪੰਜਾਬ ਦੇ ਬਾਰੇ ਇੱਕ ਮਹਾਮਾਰੀ ਵਿੱਚ ਫਸੇ ਹੋਏ ਸਨ, ਲੋਕ ਚਿੰਤਾਤੁਰ ਸਨ, ਦੂਜੇ ਬੰਨੇ ਲੋਕਾਂ ਨੂੰ ਘਰ ਛੱਡ ਕੇ ਬਾਹਰ ਨਿਕਲਣਾ ਪਿਆ, ਕੰਮਕਾਰ ਪਹਿਲਾਂ ਬੰਦ ਹੋ ਚੁੱਕੇ ਸਨ ਤੇ ਰੇਲਵੇ ਬੰਦ ਹੋ ਗਈ, ਸੜਕਾਂ ਬੰਦ ਹੋ ਗਈਆਂ ਤੇ ਹਾਲਾਤ ਜਦੋਂ ਇਦਾਂ ਲੱਗੇ ਕਿ ਬਹੁਤ ਸਾਜ਼ਗਾਰ ਨਹੀਂ ਰਹੇ, ਅਣਸੁਖਾਵੇਂ ਹੋ ਗਏ ਨੇ। ਲੋਕਾਂ ਦਾ ਫਿਕਰ ਜਦੋਂ ਦੁਨੀਆ ਭਰ 'ਚ ਵਧਣ ਲੱਗਾ ਤੇ ਅਸੀਂ ਉਹ ਸਾਰੇ ਦੇ ਸਾਰਾ ਕੀ ਰੋਜ਼ ਹੋ ਰਿਹਾ, ਰੋਜ਼ ਦੀ ਰੋਜ਼ ਦਿਖਾਉਣਾ ਸ਼ੁਰੂ ਕੀਤਾ ਕਿ ਕਿਸਾਨਾਂ ਨਾਲ ਕੀ ਹੋ ਰਿਹਾ ਹੈ, ਕਿਸਾਨ ਕੀ ਕਰ ਰਹੇ ਨੇ, ਸਰਕਾਰ ਕੀ ਕਰ ਰਹੀ ਹੈ, ਇਹ ਮੂਵਮੈਂਟ ਕਿੱਧਰ ਨੂੰ ਜਾ ਰਹੀ ਹੈ। ਤੇ ਮੂਵਮੈਂਟ ਹੌਲੀ ਪੰਜਾਬ ਤੋਂ ਹਰਿਆਣੇ ਵੱਲ ਫੈਲੀ, ਹਰਿਆਣੇ ਤੋਂ ਰਾਜਸਥਾਨ ਵੱਲ ਨੂੰ ਫੈਲੀ, ਸਾਰੇ ਦੇਸ਼ ਵਿੱਚ ਫੈਲੀ, ਤਾਂ ਪੰਜਾਬ ਤੋਂ ਮੂਵਮੈਂਟ ਨਿਕਲ ਕੇ ਦਿੱਲੀ ਆ ਗਈ ਔਰ ਦਿੱਲੀ ਆ ਕੇ ਇਸ ਮੂਵਮੈਂਟ ਨੇ ਦਿੱਲੀ ਪੂਰੀ ਨੂੰ ਆਲੇ ਦੁਆਲੇ ਘੇਰ ਲਿਆ ਔਰ ਇਸ ਮੂਵਮੈਂਟ ਦੇ ਵਿੱਚ ਪਹਿਲੀ ਵਾਰੀ ਇੱਦਾਂ ਲੱਗਾ ਕਿ ਪੰਜਾਬ ਤੇ ਹਰਿਆਣਾ ਜਿਹੜੇ ਕਿ ਸੈਂਟਰ ਸਰਕਾਰ ਨੇ, ਉਸ ਪੁਰਾਣੀਆਂ ਸਰਕਾਰਾਂ ਨੇ, ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਇੱਕ ਦੂਜੇ ਦੇ ਸ਼ਰੀਕ ਬਣਾ ਕੇ ਪੇਸ਼ ਕੀਤਾ ਸੀ, ਉਹ ਸ਼ਰੀਕ ਨਹੀਂ ਰਹੇ, ਭਰਾ ਬਣ ਗਏ, ਇੱਕ ਦੂਜੇ ਦੀ ਬਾਂਹ ਬਣ ਗਏ। ਨਾਲ ਰਾਜਸਥਾਨ ਵੀ ਜੁੜ ਗਿਆ, ਨਾਲ ਯੂਪੀ ਜੁੜ ਗਈ, ਬਿਹਾਰ ਤੱਕ ਦੇ ਲੋਕ ਜੁੜ ਗਏ, ਮਹਾਰਾਸ਼ਟਰ ਤੱਕ ਦੇ ਲੋਕ ਜੁੜੇ, ਕਰਨਾਟਕ ਤੋਂ ਲੋਕ ਆਏ, ਆਂਧਰਾ ਪ੍ਰਦੇਸ਼ ਤੋਂ ਲੋਕ ਆਏ, ਬੰਗਾਲ ਦੇ ਲੋਕ ਆਏ, ਮੱਧ ਪ੍ਰਦੇਸ਼ ਦੇ ਲੋਕ ਆਏ। ਦਿੱਲੀ ਨੂੰ ਚਾਰੇ ਬੰਨਿਓਂ ਇੱਕ ਤਰ੍ਹਾਂ ਦਾ ਘੇਰ ਲਿਆ ਗਿਆ, ਦਿੱਲੀ ਦੇ ਰਸਤੇ ਬੰਦ ਕਰ ਦਿੱਤੇ ਗਏ। ਬਹੁਤ ਵੱਡਾ ਮੋਰਚਾ ਆਪਣੇ ਆਪ ਦੇ ਵਿੱਚ ਇਤਿਹਾਸਿਕ ਕਿਸਮ ਦਾ ਇਹ, ਬੇਸ਼ੱਕ ਆਪਾਂ ਉਹਦੇ ਬਾਰੇ ਜੋ ਕੁਛ ਮਰਜ਼ੀ ਕਹੀਏ, ਅਜੇ ਵੀ ਮੋਰਚਾ ਲੱਗਾ ਹੋਇਆ, ਬੇਸ਼ੱਕ ਉਹਦੇ ਕੀ ਨਤੀਜੇ ਨਿਕਲਣੇ ਨੇ ਕੁਛ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਤੋਂ ਲੈ ਕੇ ਸਾਡੀ ਉਮਰ ਦੇ ਲੋਕਾਂ ਨੇ ਹੋਸ਼ ਸੰਭਾਲੀ ਹੈ ਜਾਂ ਜਿਨ੍ਹਾਂ ਨੇ ਸੁਣਿਆ 1947 ਤੋਂ ਬਾਅਦ 'ਚ ਇਹੋ ਜਿਹਾ ਮੋਰਚਾ ਪੂਰੇ ਦੇਸ਼ ਦੇ ਇਤਿਹਾਸ ਦੇ ਵਿੱਚ ਕਦੀ ਨਹੀਂ ਲੱਗਾ। ਏਦਾਂ ਕਦੀ ਦੇਸ਼ ਦਾ ਰਾਜਧਾਨੀ ਦਾ ਆਲਾ ਦੁਆਲਾ ਕਦੀ ਠੱਪ ਨਹੀਂ ਹੋਇਆ, ਏਦਾਂ ਕਦੀ ਸਰਕਾਰਾਂ ਬੇਬਸ ਨਹੀਂ ਹੋਈਆਂ। ਇੱਕ ਬੰਨੇ ਸਰਕਾਰ ਅੜੀ ਵਿੱਚ ਹੈ, ਦੂਜੇ ਬੰਨੇ ਕਿਸਾਨ ਤੜੀ ਵਿੱਚ ਨੇ
ਤੀਜੇ ਬੰਨੇ ਸੁਪਰੀਮ ਕੋਰਟ ਨੇ ਆਪਣੀ ਛੜੀ ਦਿਖਾ ਦਿੱਤੀ ਹੈ ਤੇ ਗੱਲ ਅਜੇ ਵੀ ਉੱਥੇ ਦੀ ਉੱਥੇ ਖੜੀ ਹੈ। ਇੱਕ ਵਾਕ 'ਚ ਗੱਲ ਕਹਿਣੀ ਹੋਵੇ, ਕਿਸਾਨਾਂ ਦੀ ਤੜੀ, ਸਰਕਾਰ ਦੀ ਅੜੀ, ਸੁਪਰੀਮ ਕੋਰਟ ਦੀ ਛੜੀ, ਤੇ ਗੱਲ ਅਜੇ ਉੱਥੇ ਦੀ ਉੱਥੇ ਹੈ ਖੜੀ। ਗੱਲ ਟਸ ਤੋਂ ਬਸ ਨਹੀਂ ਹੋ ਰਹੀ। ਐਡਾ ਲੰਬਾ ਮੋਰਚਾ ਐਡੇ ਲੰਬੇ ਟਾਈਮ ਲਈ ਜਿਹੜਾ, ਤੇ ਸੰਗਤ ਟੈਲੀਵਿਜ਼ਨ ਨੇ ਉਚੇਚੇ ਤੌਰ ਤੇ ਇਹਨੂੰ ਦਿਖਾਉਣਾ ਸ਼ੁਰੂ ਕੀਤਾ, ਰੋਜ਼ ਦੀ ਰੋਜ਼ ਤੁਹਾਨੂੰ ਦਿਖਾਉਣਾ ਸ਼ੁਰੂ ਕੀਤਾ। ਤੇ ਖਾਸ ਕਰਕੇ ਜਦੋਂ ਮੋਰਚਾ ਆਰੰਭ ਹੀ ਹੋਇਆ ਸੀ, ਉਦੋਂ ਇਸ ਮੋਰਚੇ ਨਾਲ ਕਿਵੇਂ ਨਜਿੱਠਿਆ ਜਾਵੇ, ਕਿਵੇਂ ਸ਼ਾਂਤਮਈ ਰਿਹਾ ਜਾਵੇ, ਕਿਵੇਂ ਹਦਾਇਤਾਂ ਦਿੱਤੀਆਂ, ਕਿਵੇਂ ਸ਼ਾਂਤਮਈ ਰਹਿ ਕੇ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ, ਕਿਵੇਂ ਦੀ ਮੂਵਮੈਂਟ ਚਲਾਈ ਜਾ ਸਕਦੀ ਹੈ, ਸੰਗਤ ਟੈਲੀਵਿਜ਼ਨ ਤੋਂ ਇੱਕ ਤੋਂ ਬਾਅਦ ਦੋ ਤੋਂ ਬਾਅਦ 3 ਲਗਾਤਾਰ ਇਹ ਤਕਰੀਬਨ 7 ਪ੍ਰੋਗਰਾਮ ਇਹਦੇ ਉੱਤੇ ਪੇਸ਼ ਕੀਤੇ ਗਏ। ਅਗਵਾਈ ਦੇ ਨਾਂ ਦੇ ਹੇਠ ਇਸ ਮਸਲੇ ਦੇ ਜਿਹੜੇ ਐਕਸਪਰਟ ਸਨ, ਡਾਕਟਰ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ ਜੀ ਨੂੰ ਸੱਦ ਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਪ੍ਰੋਗਰਾਮ ਕੀਤੇ ਗਏ, ਅਗਵਾਈ ਵਾਲੇ ਪ੍ਰੋਗਰਾਮ ਲਗਾਤਾਰ। ਤੇ ਜਿਹੜੇ ਉਹਨਾਂ 'ਚੋਂ ਅਗਵਾਈ ਦਿੱਤੀ ਗਈ ਉਹ ਕਿਸਾਨਾਂ ਤੱਕ, ਜਿਹੜੇ ਪੰਜਾਬ 'ਚ ਉਹਨਾਂ ਦਿਨਾਂ 'ਚ ਸੰਘਰਸ਼ ਕਰ ਰਹੇ ਸਨ, ਉਹਨਾਂ ਤੱਕ ਪਹੁੰਚਾਈ ਵੀ ਗਈ। ਉਹ ਅਗਵਾਈ ਸੀ ਜਿਹਨੇ ਮੋਰਚਾ ਪੰਜਾਬ ਤੋਂ ਬਾਹਰ ਵੱਲ ਨੂੰ ਵੀ ਕੱਢਿਆ, ਮੋਰਚੇ ਨੂੰ ਇੱਕ ਤਰ੍ਹਾਂ ਦੀ ਬੁਲੰਦੀਆਂ ਵੀ ਬਖਸ਼ੀਆਂ, ਤੇ ਨਾਲ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ ਸੀ ਹੁਣ ਤੱਕ। ਪਰ ਜਦੋਂ ਸਰਕਾਰਾਂ ਅੜੀ ਤੇ ਆ ਜਾਣ, ਲੋਕਤੰਤਰ ਦੇ ਵਿੱਚ ਸਰਕਾਰਾਂ ਦੀ ਅੜੀ ਨਹੀਂ ਚੱਲਦੀ ਹੁੰਦੀ, ਪਰ ਜਦੋਂ ਸਰਕਾਰ ਬਹੁਮਤ ਦੇ ਜ਼ੋਰ ਤੇ ਅੜੀਆਂ ਤੇ ਆ ਜਾਵੇ, ਤੜੀਆਂ ਦਿਖਾਉਣ ਲੱਗ ਪਵੇ, ਛੜੀਆਂ ਦਿਖਾਉਣ ਲੱਗ ਪਵੇ, ਉਦੋਂ ਫਿਰ ਜਿਹੜੀਆਂ ਗੱਲਾਂ ਖੜੀਆਂ ਨਹੀਂ ਦਿੰਦੀਆਂ, ਗੱਲ ਵਿਗੜ ਜਾਂਦੀਆਂ ਹੁੰਦੀਆਂ। ਪਰ ਕਿਸਾਨਾਂ ਦਾ ਸ਼ਾਂਤਮਈ ਰਹਿਣਾ, ਕਿਸਾਨਾਂ ਦਾ ਉਹ ਹਦਾਇਤਾਂ ਜਿਹੜੀਆਂ ਅਗਵਾਈ ਦੀਆਂ ਹਦਾਇਤਾਂ ਇੱਥੋਂ ਕੀਤੀਆਂ ਗਈਆਂ ਸਨ, ਉਹ ਇੱਕ ਤਰ੍ਹਾਂ ਦੀਆਂ ਜਿਹੜੀਆਂ ਆਪਣੀ ਗੱਲ ਇੱਥੋਂ ਕੀਤੀ ਗਈ ਸੀਗੀ। ਅਸੀਂ ਜਿਹੜੀ ਇੱਕ ਤਰ੍ਹਾਂ ਦੀ ਅਗਵਾਈ ਦਿੱਤੀ ਸੀ ਸ਼ਾਂਤਮਈ ਰਹਿਣ ਦੀ, ਤਹਮਲ 'ਚ ਰਹਿਣ ਦੀ, ਠਰਮੇ 'ਚ ਰਹਿਣ ਦੀ, ਉਹਨਾਂ ਦੇ ਨਾਲ ਇਹ ਮੋਰਚਾ ਲੰਬਾ ਵੀ ਹੋਇਆ। ਮੋਰਚੇ ਅਜੇ ਤੱਕ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ। ਬੇਸ਼ੱਕ ਠੰਡ ਦੇ ਨਾਲ, ਐਕਸੀਡੈਂਟਾਂ ਦੇ ਨਾਲ ਬਹੁਤ ਜਿਹੜੀਆਂ ਇਹ ਦੁੱਖ 'ਚੋਂ ਲੰਘਣਾ ਪੈ ਰਿਹਾ ਉਹਨਾਂ ਨੂੰ, ਤੇ ਕੁਛ ਬਹੁਤਾਂ ਵੀ ਹੋਈਆਂ, ਸ਼ਹਾਦਤਾਂ ਵੀ ਹੋਈਆਂ। ਔਰ ਖਾਸ ਕਰਕੇ ਕਿਸਾਨ ਮੋਰਚੇ ਦੀ ਜਿਹੜੀ ਸਭ ਤੋਂ ਵੱਡੀ ਸ਼ਹਾਦਤ ਉਹ ਅੱਜ ਤੱਕ ਜਿਹੜੀ ਹੈ, ਉਹ ਬਾਬਾ ਰਾਮ ਸਿੰਘ ਜੀ ਨਾਨਕਸਰ ਵਾਲਿਆਂ ਦੀ। ਆਪਾਂ ਨੂੰ ਨਾਨਕਸਰ ਵਾਲੇ ਵੀ ਕਹਿ ਦਿੰਦੇ ਹਾਂ, ਸਿੰਘੜਾ ਵਾਲੇ ਵੀ ਕਹਿ ਦਿੰਦੇ ਹਾਂ, ਬਾਬਾ ਰਾਮ ਸਿੰਘ ਜੀ ਕਰਨਾਲ ਵਾਲੇ ਵੀ ਕਹਿ ਦਿੰਦੇ, ਕਿਉਂਕਿ ਕਰਨਾਲ ਦੇ ਨੇੜੇ ਸਿੰਘੜਾ ਪਿੰਡ 'ਚ ਉਹਨਾਂ ਦਾ ਡੇਰਾ ਇੱਕ ਤਰ੍ਹਾਂ ਦਾ ਸੀਗਾ। ਉਹ ਕਿਸਾਨ ਮੋਰਚੇ ਤੋਂ ਰੋਜ਼ ਆਉਂਦੇ ਰਹੇ ਔਰ ਕੁੰਡਲੀ ਬਾਰਡਰ ਆ ਕੇ ਕਿਸਾਨਾਂ ਦਾ ਦੁੱਖ ਨਹੀਂ ਦੇਖਿਆ ਗਿਆ ਉਹਨਾਂ ਕਿਹਾ। ਤੇ ਉਹਨਾਂ ਨੂੰ ਜਦੋਂ ਖਬਰਾਂ ਇੱਦਾਂ ਦੀਆਂ ਆਉਣ ਲੱਗੀਆਂ ਕਿ ਸਰਕਾਰ ਕੋਈ ਐਕਸ਼ਨ ਕਰਨ ਨੂੰ ਜਾ ਰਹੀ ਹੈ, ਕੋਈ ਗੋਲੀ ਚੱਲ ਸਕਦੀ ਹੈ, ਨੌਜਵਾਨਾਂ ਦਾ ਨੁਕਸਾਨ ਹੋ ਸਕਦਾ ਹੈ, ਤਾਂ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਕੇ, ਮੋਰਚੇ ਨੂੰ ਸਮਰਪਿਤ ਕਰਕੇ, ਮੋਰਚੇ ਵਾਲੀ ਸਟੇਜ ਸਿੰਘੂ ਬਾਰਡਰ ਜਿੱਥੇ ਲੱਗੀ ਸੀ ਉਹਦੇ ਪਿਛਲੇ ਬੰਨੇ ਜਾ ਕੇ ਆਪ ਆਪਣੇ ਆਪ ਨੂੰ ਉਹਨੇ ਕਿਹਾ, ਖੂਨ ਹੀ ਜੇ ਲੈਣਾ ਹੈ ਸਰਕਾਰ ਨੇ ਤੇ ਸਾਡਾ ਖੂਨ ਪੀ ਲਵੇ, ਨੁਕਸਾਨ ਨੌਜਵਾਨਾਂ ਦਾ ਨਾ ਕਰੇ। ਆਪਣੇ ਆਪ ਨੂੰ ਆਪੇ ਗੋਲੀ ਮਾਰ ਕੇ ਇੱਕ ਤਰ੍ਹਾਂ ਦੀ ਅਹੂਤੀ ਦਿੱਤੀ। ਉਹਨਾਂ ਦੀ ਅਹੂਤੀ ਨੇ ਵੀ ਮੋਰਚੇ ਨੂੰ ਇੱਕ ਤਰ੍ਹਾਂ ਦਾ ਬੁਲੰਦੀਆਂ ਵੀ ਬਖਸ਼ੀਆਂ, ਪਰ ਨਾਲ ਸਰਕਾਰ ਨੂੰ ਸੋਚਣ ਲਈ ਵੀ ਬਖਸ਼ਿਆ ਕਿ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਤਾਂ ਮਰਨ ਲਈ ਤਿਆਰ ਖੜੇ ਨੇ। ਔਰ ਕਿਸਾਨ ਆਖਦੇ ਨੇ ਕਿ ਅਸੀਂ ਮਰਨਾ ਤੇ ਇਹਨਾਂ ਕਾਨੂੰਨਾਂ ਦੇ ਨਾਲ ਵੀ ਹੈ, ਤੇ ਫਿਰ ਕਿਉਂ ਨਹੀਂ ਸਰਕਾਰ ਦੇ ਸਿਰ ਚੜ੍ਹ ਕੇ ਮਰ ਜਾਂਦੇ, ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦੇ। ਸੋ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਾਉਣ ਲਈ ਅੜੀਆਂ ਹੋਈਆਂ ਨੇ। ਸਰਕਾਰ ਕਾਨੂੰਨ ਰੱਦ ਕਰਨਾ ਨਹੀਂ ਚਾਹੁੰਦੀ। ਗੱਲ ਅਜੇ ਵੀ ਉੱਥੇ ਕੋ ਖੜੀ ਹੈ। ਅਗਲੇ ਦਿਨਾਂ 'ਚ ਕਿੱਥੇ ਵੱਲ ਨੂੰ ਗੱਲ ਜਾਵੇਗੀ, ਇਹ ਦੇਖਣਾ ਬਣਦਾ ਹੈ। ਆਸ ਕਰਦੇ ਹਾਂ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਵੇ। ਸਤਿਗੁਰੂ ਮਿਹਰਾਂ ਕਰੇ, ਸਤਿਗੁਰੂ ਸ਼ਾਂਤੀ ਲੈ ਕੇ ਆਵੇ ਆਪਣੇ ਦੇਸ਼ ਵਿੱਚ, ਦੁਨੀਆ 'ਚ ਸਰਬੱਤ ਦੇ ਭਲੇ ਦੀ ਜਿਹੜੀ ਸੰਗਤ ਟੈਲੀਵਿਜ਼ਨ ਹਮੇਸ਼ਾ ਮੰਗ ਕਰਦਾ ਹੈ, ਉਹ ਗੱਲ ਬੁਲੰਦੀਆਂ ਦੇ ਨਾਲ ਚੱਲੇ। ਜਦੋਂ ਆਪਾਂ ਕਰੋਨਾ ਵਾਇਰਸ ਦੀ ਗੱਲ ਕਰ ਰਹੇ ਸੀ, ਤੇ ਕਰੋਨਾ ਵਾਇਰਸ ਦੇ ਵਿੱਚ ਜਦੋਂ ਅਜੇ ਕਰੋਨਾ ਵਾਇਰਸ ਆਇਆ ਹੀ ਸੀ, ਜਦੋਂ ਅਜੇ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਸੀਗਾ ਕਿ ਕਿੰਨਾ ਕੁ ਖਤਰਨਾਕ ਹੈ, ਸਿੱਖ ਕੌਮ ਦੀ ਇੱਕ ਮਾਣ ਆਈ ਹਸਤੀ, ਉਹ ਕੀਰਤਨੀਏ ਜਿਨ੍ਹਾਂ ਨੂੰ ਸਾਰਾ ਦੇਸ਼ ਹੀ ਨਹੀਂ ਸਾਰੀ ਦੁਨੀਆ ਸੁਣਦੀ ਸੀ, ਜਿਨ੍ਹਾਂ ਨੂੰ ਕੀਰਤਨ ਦੇ ਕਰਕੇ ਇੱਕ ਗਰੀਬ ਪਰਿਵਾਰ 'ਚ ਉੱਠੇ ਸਨ, ਔਰ ਗਰੀਬ ਪਰਿਵਾਰ 'ਚ ਉੱਠ ਕੇ ਹਰਿਮੰਦਰ ਸਾਹਿਬ ਦੇ ਕੀਰਤਨੀਏ ਵੀ ਬਣੇ, ਔਰ ਬਾਅਦ 'ਚ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਮਿਲਿਆ। ਮੇਰੀ ਮੁਰਾਦ ਹੈ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਪਦਮ ਸ਼੍ਰੀ। ਕਰੋਨਾ ਵਾਇਰਸ ਦੇ ਨਾਲ ਜੇ ਸਾਡੀ ਸਭ ਤੋਂ ਵੱਡੀ ਹਸਤੀ ਦੀ ਕਿਤੇ ਕੋਈ ਪਹਿਲੀ ਇੱਕ ਤਰ੍ਹਾਂ ਦੀ ਸ਼ਿਕਾਰ ਹੋਈ ਕਰੋਨਾ ਵਾਇਰਸ ਦੀ, ਤੋਂ ਭਾਈ ਨਿਰਮਲ ਸਿੰਘ ਜੀ ਹੋਏ ਸਨ। ਬਾਅਦ 'ਚ ਹਰਿਮੰਦਰ ਸਾਹਿਬ ਦੇ ਇੱਕ ਹੋਰ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਵੀ, ਉਹ ਵੀ ਕਰੋਨਾ ਵਾਇਰਸ ਨਾਲ ਚੱਲ ਵਸੇ। ਸੋ 2 ਹਜ਼ੂਰੀ ਰਾਗੀ ਇਸ ਕਰੋਨਾ ਵਾਇਰਸ ਦੇ ਨਾਲ, ਹਰਿਮੰਦਰ ਸਾਹਿਬ ਦੇ 2 ਹਜ਼ੂਰੀ ਰਾਗੀ ਜਿਹੜੇ ਸਨ ਦਰਬਾਰ ਸਾਹਿਬ ਦੇ, ਉਹ ਚੱਲ ਵਸੇ। ਇੱਥੇ ਜੇ ਆਪਾਂ ਇੰਗਲੈਂਡ ਦੀ ਗੱਲ ਕਰ ਲਈਏ ਤਾਂ ਡਾਕਟਰ ਗੁਰਨਾਮ ਸਿੰਘ ਜੀ
सिख भाईचारे की बहुत वड्डी सत्कारयोग हस्ती सन, जिन्हां नूं एमरजेंसी डिपार्टमेंट के एक तरह के पितामा के तौर पर जाना जाता सी। बहुत वड्डा काम सी, उम्र भी बहुत वड्डी नहीं सी, 52 साल की सारी उम्र सी, तो भी करोना वायरस जो चढ़ के आ रहा सी, उन्होंने दिन रात लगातार सेवा की। सेवा करदे करदे आप करोना वायरस का शिकार हो गए। डरबी हस्पताल के विचों काम कर रहे सन, लैस्टर के बुनियादी तौर पर लैस्टर तो सन डॉक्टर गुरनाम सिंह जी, वो भी बहुत वड्डी हस्ती सन जिहड़े चल वसे। बाद साड़ी जानी पछाणी शख्सियतां दे विचों गुरुद्वारा साहब के सटेज सकत्तर गुरुद्वारा सैजली वुलहम्पटन तो उथों सटेज सकत्तर सरदार सुरिंदर सिंह जी लम्मा टाइम सेवा करने वाले, इदां लैस्टर के गुरुद्वारा के सेवा करने वाले जथेबंदियां सेवा करने वाले मनदीप सिंह चिट्टी जी, इदां ही सुखदेव केटरिंग के नाम के तौर पर जानी जाती वड्डी फर्म सी इत्थे। उन्हां दे जिहड़े चांदी चौंक स्वीट शॉपां ने उन्हां दे एक तरह के चलाउण वाले चों सुखदेव के छोटे भरा बलजीत सिंह कोमल जी, ये हस्तियां साडे कोल उन्हां दे दिनां विच गईयां। फिर पंथक जथेबंदियां विचों जे गल करिए इंदर सिंह सोल जी गए, जे वड्डे नामवर बिजनेसमैनां चों जिन्हां ने इत्थे आके नवें नवें बिजनेस जदों नवें नवें लोग बिजनेस शुरू कर रहे सन उदों कीते, जिन्हां तो सेध लै के गां होर सैकड़े लोगों ने बिजनेस करने शुरू किए। उन्हां विचों मैं लक्ष्मी स्वीट सेंटर वाले सरदार मेजर सिंह जवंदा की गल कर लवां। ये हस्तियां गईयां साडियां जिहड़ियां करोना वायरस दे नाल। जे प्रचारकों के तौर पर ग्रंथी गुरुद्वारा सिंह सभा साहब के ग्रंथी गए, जे गुरुद्वारा साहब के प्रधानों की गल करिए गुरुद्वारा बैडफोर्ड के प्रधान जी करोना वायरस नाल गए, तो जे रागियां ढाडियां प्रचारकों चों गल करिए तो बड़ी नामवर हस्ती सी, दुनिया भर दे विच जानी जाती हरबंस सिंह जोश ढाडी जथा, तिन्ने चारे भरा इकट्ठे कीर्तन कराया करते सन, हरमेल सिंह दिलबर गुरबचन सिंह अणखी हरबंस सिंह जोश जी। सो हरबंस सिंह जोश भी बड़ी छोटी जी उम्र 59 की उम्र से उन्होंने सारी, वो भी करोना वायरस नाल चले गए। सो ये महामारी ने साडे आले दुआले बहुत सारिया हस्तियां साडे चों लैके गई है, साडे जान पछाण के दायरियां दे विचों बहुत सारिया हस्तियां लैके गई है। सो अजे भी दिनों दिन खतरनाक होंदी जा रही, और सरकार दी नवीं हदायतां आ गई ने कि करोना वायरस लंडन के इलाके जे खास करके कुछ इहो जिहा पता लगा है कि होर खतरनाक हो गया, छेती मौत के दर्ज खिंच के ले जाता, अगर सख्तियां थोड़ियां वधिया ने। सो आपां ने सुचेत रहना है इस पक्षों भी। ये संगत टेलीविजन ने हमेशा सेध दी, महामारी के समय दे विच नाम बाणी नाल जोड़िया, सेवा नाल जोड़िया, उत्थे सेवा की पंजाब की धरती ते जिथे लोड़ सी ताकि लंगरां दी गल बंद ना होवे। किसान मोर्चे दे विच भी जिथे बाकी सेवा कर रहे सन, किसान मोर्चा दिल्ली च लगा, और दिल्ली किसान मोर्चे च बाबा सतनाम सिंह जी ने जाके बहुत वड्डी सेवा की। बाबा सतनाम सिंह जी जिन्हां दे नाल असीं मिल के पंजाब दे विच सेवा कर ही रहे सन, वख-वख थावां दे उत्ते गुरुद्वारियां दे विच भी, PGI दे चंडीगढ़ के सामने भी उन्होंने किसान मोर्चे जाके भी लंगर लाया, बाबा जगतार सिंह ने भी लंगर लाया, बाबा सेवा सिंह जी उन्होंने लंगर की सेवा की। संगत टेलीविजन क्योंकि महापुरुषों की देख रेख हेठ चल रहा है, भाई साहब भाई महेंद्र सिंह जी बड़ी वड्डी हस्ती ने, और साडे लई माण वाली गल है कि असीं उन्हां दे नाल एक तरह की जुड़ के उन्होंने रहनुमाई च काम कर रहे हैं। वो शख्सियत जिन्होंने 5 तख्तां दे वल्लों भाई साहब की उपाधि दी गई, जिन्हों ने 5 तख्तां दे उत्ते सेवा की, दुनिया भर जिन्हों की सेवा जानी जाती है, तो क्योंकि उन्होंने करके भाई साहब भाई महेंद्र सिंह जी के करके ही संत महापुरुष जिहड़े ने संगत टेलीविजन जुड़े हुए ने, वो वख-वख थां ते सेवा कर रहे सन। बेशक बाबा जगतार सिंह सन, बेशक बाबा सेवा सिंह खडूर साहब वाले सन, बाबा बेशक कश्मीर सिंह भूरी वाले सन, तो बेशक संगत टेलीविजन जिन्हें कोलैबोरेशन के तौर पर सेवा कर रहे सन बड़े लंबे अरसे तो। बाबा सतनाम सिंह जी किड़ा आनंदगढ़ साहब वाले, उन्होंने भी किसानों के इस मोर्चे दे विच उत्थे जाके जिथे वड्डा मोर्चा लगा, जिथे हज़ारां लखां की लोड़ है, जिथे उत्थे इकट्ठ है, उत्थे जिहड़ी सेवा कर रहे सन, तो असीं भी वो सेवा उत्थे नाल संगत टेलीविजन करनी शुरू की। और खास तौर पर इन्हां दिनां दे विच जदों उत्थे वलंटियर की भी लोड़ है, संगत टेलीविजन की उत्थे वाली टीम तो है ही है, संगत ट्रस्ट दे विचों, संगत ट्रस्ट की टीम दे विचों साडे मोढियां ट्रस्टियां दे विचों भाई रणधीर सिंह जी उत्थे पुजे हुए हैं दिल्ली दे विच, वो जाके नाल सेवावां करवा रहे हैं। और हुण जिथे लंगर दे नाल नाल उत्थे लोड़ महसूस करदे आ कि उत्थे लंगर दे नाल पानी की लोड़ महसूस हुंदी, वो भी सेवा कीतियां जा रही, पर उन्हां दे आराम करन दे लई किसानां दे लई कि मोर्चा लंमा हुंदा जा रहा है, उत्थे टेंट भी लवाए जा रहे हैं संगत टेलीविजन वालों। संगत एड के नाम के थले जी आप सब थोड़ी थोड़ी माया भेजते हो, इकट्ठी करते रहने, जिथे लोड़ हो उत्थे दिंदे आ। सो संगत एड के वालों उत्थे टेंट भी लवाने शुरू कर दिते गए हैं, और आप सब को एक झलक भी जरूर दिखाई जाएगी।
ਭਾਈ ਰਣਧੀਰ ਸਿੰਘ ਜੀ ਸਾਡੇ ਉੱਥੋਂ ਦੇ ਜਿਹੜੇ ਪ੍ਰੈਜੈਂਟਰ ਨੇ, ਗੁਰਪ੍ਰੀਤ ਸਿੰਘ ਜੀ, ਔਰ ਉੱਥੋਂ ਦੀ ਜਿਹੜੇ ਸਾਡੀ ਟੀਮਾਂ ਨੇ, ਵੀਰ ਜਤਿੰਦਰ ਸਿੰਘ ਜੀ, ਉਹਨਾਂ ਦੇ ਨਾਲ ਹੋਰ ਸਾਰੇ ਜਣੇ ਉੱਥੇ ਸੇਵਾ ਕਰ ਰਹੇ ਨੇ, ਵੱਡੇ ਪੱਧਰ ਦੇ ਉੱਤੇ ਸੇਵਾ ਕਰ ਰਹੇ ਨੇ। ਸੋ ਲੰਗਰ ਦੀ ਸੇਵਾ ਚੱਲ ਰਹੀ ਹੈ, ਲੰਗਰ ਪਾਣੀ ਦੀ ਸੇਵਾ ਚੱਲ ਰਹੀ ਹੈ, ਹੋਰ ਜੋ ਲੋੜੀਂਦੀਆਂ ਚੀਜ਼ਾਂ ਉਹਨਾਂ ਦੀ ਸੇਵਾ ਚੱਲ ਰਹੀ ਹੈ, ਪਰ ਨਾਲ ਨਾਲ ਟੈਂਟ ਵੀ ਲਵਾਏ ਜਾ ਰਹੇ ਨੇ। ਤੇ ਬਾਬਾ ਸਤਨਾਮ ਸਿੰਘ ਜੀ ਨੇ ਗੱਲ ਆਖੀ ਹੈ ਕਿ ਪੱਕੇ ਤੌਰ ਤੇ ਹੀ, ਕਿਉਂਕਿ ਉਹਨਾਂ ਕੋਲ ਉੱਥੇ ਸਾਧਨ ਵੀ ਨੇ, ਥਾਂ ਵੀ ਹੈ, ਪੱਕੇ ਤੌਰ ਦੇ ਉੱਤੇ ਉਹ ਕਹਿੰਦੇ ਸੀ ਲੰਗਰ ਹਾਲ ਦਾ ਇੱਥੇ ਜਿਹੜਾ ਜੁਗਾੜ ਕਰ ਦੇਣਾ ਹੈ ਤਾਂ ਕਿ ਅਗਾਂਹ ਵੀ ਚੱਲਦਾ ਰਹੇ। ਸੋ ਉੱਥੇ ਰਾਹੀ ਪਾਂਦੀ ਦੇ ਲਈ ਵੀ ਬਾਅਦ 'ਚ ਮੋਰਚੇ ਤੋਂ ਬਾਅਦ ਵੀ ਲੰਗਰ ਉਹ ਚੱਲਦਾ ਰਹੇਗਾ। ਸੋ ਉਹ ਜਿਹੜੀ ਸੰਗਤ ਟੈਲੀਵਿਜ਼ਨ ਨਾਲ ਹੋ ਕੇ, ਸੰਗਤ ਏਡ ਨਾਲ ਹੋ ਕੇ ਸੇਵਾ ਕਰ ਰਿਹਾ ਹੈ। ਔਰ ਜਿੱਥੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਤੁਸੀਂ 2020 ਦੇ ਵਿੱਚ ਬਹੁਤ ਵੱਡਾ, 2020 ਦੇ ਵਿੱਚ ਹੀ ਕਿਉਂ, ਜਦੋਂ ਤੋਂ ਲੈ ਕੇ ਸੰਗਤ ਟੈਲੀਵਿਜ਼ਨ ਸ਼ੁਰੂ ਹੈ ਉਦੋਂ ਤੋਂ ਲੈ ਕੇ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਹੈ। ਸੰਗਤ ਟੈਲੀਵਿਜ਼ਨ ਨੇ ਜਿਹੜਾ ਵੀ ਪ੍ਰੋਗਰਾਮ ਲਿਖਿਆ, ਤੁਸੀਂ ਉਹ ਪ੍ਰੋਗਰਾਮ ਦੇ ਵਿੱਚ ਜੇ ਕਦੇ ਮਦਦ ਕਰਨ ਦੀ ਗੱਲ ਕੀਤੀ ਸੀ, ਅਸੀਂ ਕਾਰ ਸੇਵਾ ਦੀ ਗੱਲ ਕੀਤੀ, ਕਿਉਂਕਿ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ, ਖਾਸ ਕਰਕੇ ਇੱਕ ਓਂਕਾਰ ਵਾਲੀ ਕਾਰ ਸੇਵਾ, ਪਟਨਾ ਸਾਹਿਬ ਵਾਲੀ ਕਾਰ ਸੇਵਾ ਜਿਹੜੀਆਂ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਵੱਡਾ ਵੱਡਾ ਯੋਗਦਾਨ ਪਾਇਆ। ਉਹਦੇ ਲਈ ਵੀ ਧੰਨਵਾਦ ਕਰਨਾ ਬਣਦਾ ਹੈ। ਸਹਿਜ ਪਾਠ ਚੱਲਦਾ ਰਿਹਾ, ਅਖੰਡ ਪਾਠ ਚੱਲਦਾ ਰਿਹਾ, ਉਹਨਾਂ 'ਚ ਆਪ ਸਭ ਨੇ ਵੱਡਾ ਯੋਗਦਾਨ ਪਾਇਆ। ਔਰ ਸਾਲ ਦੇ ਅਖੀਰ ਦੇ ਵਿੱਚ ਜਿੱਦਾਂ ਜੋ ਦਿਨ ਆਉਂਦੇ ਨੇ ਇਹ ਗੱਲ, ਕਿਉਂਕਿ ਸੰਗਤ ਟੈਲੀਵਿਜ਼ਨ ਜਿੱਥੇ ਸਮੇਂ ਦੀ ਗੱਲ ਕਰਦਾ ਹੈ, ਉੱਥੇ ਜਿਹੜਾ ਸਾਡਾ ਇਤਿਹਾਸ ਹੈ, ਇਤਿਹਾਸ ਨਾਲ ਜੁੜ ਕੇ ਜਦੋਂ ਕੋਈ ਗੁਰਪੁਰਬ ਆਉਂਦਾ ਹੈ, ਜਦੋਂ ਕੋਈ ਦਿਨ ਦਿਹਾੜ ਆਉਂਦਾ ਹੈ, ਜਦੋਂ ਕੋਈ ਸ਼ਤਾਬਦੀ ਆਉਂਦੀ ਹੈ, ਤੇ ਜਿੱਦਾਂ ਦੇ ਸਮਾਗਮ ਹੁੰਦੇ ਨੇ, ਜਿੱਥੋਂ ਹੁੰਦੇ ਨੇ, ਜਿਹੜਾ ਸਥਾਨ ਹੁੰਦਾ ਹੈ, ਉੱਥੋਂ ਤੁਹਾਨੂੰ ਉਹ ਪ੍ਰੋਗਰਾਮ ਦਿਖਾਏ ਜਾਂਦੇ ਨੇ। ਬੇਸ਼ੱਕ ਉਹ ਸੁਲਤਾਨਪੁਰ ਦਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਵੇ, ਬੇਸ਼ੱਕ ਉਹ ਅੰਮ੍ਰਿਤਸਰ ਤੋਂ ਹਰਿਮੰਦਰ ਸਾਹਿਬ ਤੋਂ ਕੋਈ ਪ੍ਰੋਗਰਾਮ ਹੋਵੇ, ਬੇਸ਼ੱਕ ਉਹ ਪਟਨਾ ਸਾਹਿਬ ਤੋਂ ਕੋਈ ਪ੍ਰੋਗਰਾਮ ਹੋਵੇ, ਬੇਸ਼ੱਕ ਉਹ ਨਨਕਾਣਾ ਸਾਹਿਬ ਤੋਂ ਹੋਵੇ, ਬੇਸ਼ੱਕ ਅਨੰਦਪੁਰ ਸਾਹਿਬ ਤੋਂ ਹੋਵੇ, ਬੇਸ਼ੱਕ ਫਤਿਹਗੜ੍ਹ ਸਾਹਿਬ ਤੋਂ ਹੋਵੇ, ਜਿੱਥੋਂ ਵੀ ਹੋਵੇ, ਬੇਸ਼ੱਕ ਮੁਕਤਸਰ ਦੇ ਉੱਤੋਂ ਹੋਵੇ, ਜਿੱਥੋਂ ਵੀ ਪ੍ਰੋਗਰਾਮ ਹੋਵੇ, ਆਪ ਸਭ ਦੇ ਨਾਲ ਉਹ ਪ੍ਰੋਗਰਾਮ ਸਾਰੇ ਦਿਖਾਏ ਜਾਂਦੇ ਨੇ। ਤੁਹਾਨੂੰ ਉਹਨਾਂ ਇਤਿਹਾਸਿਕ ਧਰਤੀਆਂ ਨਾਲ ਜੋੜਿਆ ਜਾਂਦਾ ਹੈ, ਉਹਦੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ। ਅਤੇ ਇਤਿਹਾਸ ਨਾਲ ਜੋੜਨ ਦੇ ਲਈ, ਇਤਿਹਾਸ ਦੀ ਇੱਕ ਚਿਣਕ ਲਾਉਣ ਦੇ ਲਈ ਖਾਸ ਤੌਰ ਦੇ ਉੱਤੇ ਸਾਰਾ ਗੁਰ ਇਤਿਹਾਸ ਆਪ ਸਭ ਨੂੰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 553 ਐਪੀਸੋਡ ਦੇ ਵਿੱਚ ਸੰਗਤ ਟੈਲੀਵਿਜ਼ਨ ਵੱਲੋਂ ਆਪ ਸਭ ਦੇ ਸਨਮੁਖ ਕੀਤਾ ਗਿਆ। ਖਾਲਸਾ ਰਾਜ ਇਹ ਕਿਵੇਂ ਬਣਿਆ, ਉਹਦੇ ਨਾਂ ਦੇ ਥੱਲੇ ਉੱਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੂਰੀ ਕੋਸ਼ਿਸ਼ ਕਰਨੀ ਆਪ ਸਭ ਦੀ ਅਸੀਸ ਦੇ ਨਾਲ ਕਿ ਜਿੱਥੇ ਕੋ ਜਾ ਕੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਇਤਿਹਾਸ ਦੀ ਆਪਾਂ ਛੱਡੀ ਆ, ਉੱਥੋਂ ਕੋ ਲੈ ਕੇ ਗੱਲ ਫਿਰ ਸ਼ੁਰੂ ਕਰਾਂਗੇ। ਫਿਰ ਬੰਦਾ ਬਹਾਦਰ ਤੋਂ ਲੈ ਕੇ ਜਿਹੜਾ ਸਾਡਾ ਉਹ ਗੁਰੂ ਇਤਿਹਾਸ ਸੀਗਾ, ਬੰਦਾ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ, ਜਿਹੜਾ ਰਣਜੀਤ ਸਿੰਘ ਤੱਕ ਜਿਹੜਾ ਸਾਡਾ ਸਿੱਖ ਇਤਿਹਾਸ ਹੈ, ਉਹ ਵੀ ਇੱਕ ਲੜੀ ਦੇ ਵਿੱਚ ਆਪ ਸਭ ਦੇ ਰੂਬਰੂ ਕੀਤਾ ਜਾਵੇਗਾ ਆਉਣ ਵਾਲੇ ਸਮਿਆਂ ਦੇ ਵਿੱਚ। ਸੋ ਖਾਸ ਤੌਰ ਦੇ ਉੱਤੇ ਸੱਭਿਆਚਾਰ ਦੀ ਗੱਲ ਕਰਨ ਦੇ ਲਈ, ਆਪਣੇ ਕਲਚਰ ਦੀ ਗੱਲ ਕਰਨ ਦੇ ਲਈ, ਆਪਣੇ ਵਿਰਸੇ ਨਾਲ ਜੋੜਨ ਦੇ ਲਈ ਬਾਬਲ ਦਾ ਵਿਹੜਾ ਵਰਗੇ ਪ੍ਰੋਗਰਾਮ, ਸਾਡੀਆਂ ਘਰਾਂ ਦੇ ਜਿਹੜੀਆਂ ਲੋੜਾਂ ਨੇ, ਖਾਸ ਕਰਕੇ ਇਹਨਾਂ ਦੇ ਨਾਲ ਸਭ ਤੋਂ ਵੱਡੀਆਂ, ਪਰ ਬੱਚਿਆਂ ਦੇ ਰਿਸ਼ਤੇ ਹੋਣੇ ਚਾਹੀਦੇ ਉਹਨਾਂ ਲਈ ਮੈਟਰੀਮੋਨੀਅਲ ਵਾਲਾ ਪ੍ਰੋਗਰਾਮ। ਸੋ ਜਿਵੇਂ ਵੀ ਆਪ ਦੀਆਂ ਲੋੜਾਂ ਹੁੰਦੀਆਂ ਨੇ, ਜਿਵੇਂ ਸੰਗਤ ਵੱਲੋਂ ਕਈ ਹਦਾਇਤਾਂ ਆਉਂਦੀਆਂ ਨੇ, ਕੋਈ ਮੰਗ ਆਉਂਦੀ, ਉਵੇਂ ਆਪ ਸਭ ਦੇ ਪ੍ਰੋਗਰਾਮ ਸਨਮੁਖ ਕੀਤੇ ਜਾਂਦੇ ਨੇ। ਇੱਕ ਗੱਲ ਸਾਰਿਆਂ ਨੇ ਆਪਣੇ ਹਿਰਦੇ ਅੰਦਰ ਬਿਠਾ ਕੇ ਰੱਖਣੀ ਕਿ ਸੰਗਤ ਟੈਲੀਵਿਜ਼ਨ ਕਿਸੇ ਇੱਕ ਵਿਅਕਤੀ ਦਾ ਨਹੀਂ, ਕਿਸੇ ਇੱਕ ਸੰਸਥਾ ਦਾ ਨਹੀਂ, ਕਿਸੇ ਇੱਕ ਜਥੇਬੰਦੀ ਦਾ ਨਹੀਂ, ਕਿਸੇ ਇੱਕ ਡੇਰੇ ਦਾ ਨਹੀਂ। ਸੰਗਤ ਟੈਲੀਵਿਜ਼ਨ ਸੰਗਤਾਂ ਦਾ ਹੈ, ਸੰਗਤਾਂ ਵੱਲੋਂ ਹੀ ਚਲਾਇਆ ਜਾਂਦਾ ਹੈ, ਤੁਸੀਂ ਚਲਾਉਂਦੇ ਹੋ ਤੇ ਸੰਗਤਾਂ ਲਈ ਹੀ ਚਲਾਇਆ ਜਾਂਦਾ ਹੈ। ਇਸ ਕਰਕੇ ਆਪਣੇ ਦਿਲ ਦੀ ਗੱਲ ਜਿਹੜੀ ਕਰਨੀ ਹੋਵੇ, ਤੁਸੀਂ ਸੰਗਤ ਟੈਲੀਵਿਜ਼ਨ ਦਾ ਫੋਨ ਤੁਹਾਡੇ ਕੋਲ ਹੁੰਦਾ, ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ। ਤੁਹਾਡਾ ਇੱਕ ਲਫ਼ਜ਼ ਜਿਹੜਾ ਸਾਡੇ ਲਈ ਕੀਮਤੀ ਹੁੰਦਾ ਹੈ, ਅਸੀਂ ਉਹਨੂੰ ਸੁਣਦੇ ਵੀ ਹਾਂ ਤੇ ਉਹਦੇ ਤੇ ਅਮਲ ਵੀ ਕਰਦੇ ਹਾਂ। ਔਰ ਜਿੱਦਾਂ ਤੁਸੀਂ ਜੁੜੇ ਹੋ ਪਿਛਲੇ 10 ਸਾਲਾਂ ਤੋਂ, ਉੱਦਾਂ ਸੰਗਤ ਟੈਲੀਵਿਜ਼ਨ ਨਾਲ ਜੁੜੇ ਰਹਿਣਾ ਹੈ। 2020 ਦਾ ਸਾਲ ਸਾਡੇ ਲਈ ਬੇਸ਼ੱਕ ਇਤਿਹਾਸਕ ਸਾਲ ਵੀ ਸੀ, 10 ਸਾਲ ਪੂਰੇ ਹੋਏ ਸਨ, ਪਰ ਮਹਾਮਾਰੀ ਦਾ ਵਰ੍ਹਾ ਵੀ ਸੀ। ਸਾਲ ਬੀਤ ਗਿਆ ਹੈ, ਬੀਤ ਰਿਹਾ ਹੈ। ਮਹਾਮਾਰੀ ਨੇ ਅਜੇ ਵੀ ਪੂਰੇ ਸੰਸਾਰ ਦੇ ਬਹੁਤ ਸਾਰੇ ਵੱਡੇ ਹਿੱਸੇ ਨੂੰ, ਯੂਕੇ ਨੂੰ, ਯੂਰਪ ਨੂੰ ਆਪਣੀ ਗ੍ਰਿਫਤ 'ਚ ਲਿਆ ਹੋਇਆ ਹੈ। ਕਾਰੋਬਾਰ ਅਜੇ ਵੀ ਪੂਰੀ ਤਰ੍ਹਾਂ ਖੁੱਲੇ ਨਹੀਂ, ਠੱਪ ਨੇ। ਫਲਾਈਟਾਂ ਅਜੇ ਵੀ ਪੂਰੀ ਤਰ੍ਹਾਂ ਖੁੱਲੀਆਂ ਨਹੀਂ। ਪਰ ਅਸੀਂ ਜਿੱਥੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ, ਲੋਕਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਖੜੇ ਹੋਏ ਸੰਗਤ ਟੈਲੀਵਿਜ਼ਨ ਵੱਲੋਂ, ਉੱਥੇ ਅੱਜ ਸੰਗਤ ਟੈਲੀਵਿਜ਼ਨ ਵੱਲੋਂ ਸੰਗਤਾਂ ਦੀ ਆਵਾਜ਼ ਬਣ ਕੇ ਆਪਾਂ ਸਾਰੇ ਘਰ ਜਿੱਥੇ ਬੈਠੀ ਆਪਾਂ ਹੱਥ ਜੋੜੀਏ, ਅਰਦਾਸ ਕਰੀਏ। ਇੱਥੇ ਅਸੀਂ ਅਰਦਾਸ ਕਰਦੇ ਕਿ ਆ ਜਿਹੜਾ ਵਰ੍ਹਾ ਹੈ ਇਹ ਹੁਣ ਖੁਸ਼ੀਆਂ ਲੈ ਕੇ ਆਵੇ।
ਇਹ ਸਾਡੇ ਲਈ ਉਹੀ ਆਨੰਦ ਤੇ ਖੇੜਾ ਲੈ ਕੇ ਆਵੇ, ਇਹ ਸਾਡੇ ਲਈ ਉਹ ਦੁਬਾਰਾ ਰੌਣਕਾਂ ਲੈ ਕੇ ਆਵੇ। ਗੁਰਦੁਆਰਿਆਂ, ਮੰਦਿਰਾਂ, ਮਸਤਾਂ, ਚਰਚਾ, ਸਾਰੀ ਥਾਵਾਂ ਤੇ ਦੁਬਾਰਾ ਫਿਰ ਉਦਾਂ ਹੀ ਰੌਣਕਾਂ ਹੋਣ। ਲੋਕੀ ਮਹਾਮਾਰੀਆਂ ਦਾ ਡਰ ਦੂਰ ਹੋਵੇ, ਲੋਕੀ ਬੇਖੌਫ ਨਿਰਭਉ ਹੋ ਕੇ ਵਿਚਰ ਸਕਣ। ਪਰ ਨਿਰਭਉ ਹੋ ਕੇ ਵਿਚਰਦਿਆਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜਿਹੜੀ ਸਾਨੂੰ ਇਸ ਮਹਾਮਾਰੀ ਨੇ ਸਿਖਾਈ ਹੈ, 2020 ਦੇ ਸਾਲ ਨੇ ਸਿਖਾਈ ਹੈ, ਕਿ ਬੇਸ਼ੱਕ ਅਸੀਂ ਸਰਪਟ ਨਾ ਵੀ ਦੌੜੀਏ, ਦੁਨੀਆ ਫਿਰ ਵੀ ਚੱਲਦੀ ਰਹਿਣੀ। ਅਸੀਂ ਬੇਸ਼ੱਕ ਬਹੁਤ ਜ਼ਿਆਦਾ ਫਿਕਰ ਨਾ ਵੀ ਕਰੀਏ, ਦੁਨੀਆ ਫਿਰ ਵੀ ਚੱਲਦੀ ਰਹਿਣੀ। ਬੇਸ਼ੱਕ ਫਲਾਈਟਾਂ ਵੀ ਬੰਦ ਹੋ ਜਾਣ, ਕੰਮਕਾਰ ਵੀ ਬੰਦ ਹੋ ਜਾਣ, ਸੜਕਾਂ ਵੀ ਇੱਕ ਵਾਰੀ ਠੱਪ ਹੋ ਜਾਣ, ਦੁਨੀਆ ਫਿਰ ਵੀ ਚੱਲਦੀ ਰਹਿਣੀ ਹੈ। ਤੇ ਤੁਸੀਂ ਉਸ ਸਮੇਂ 'ਚ 2020 ਦੇ ਵਿੱਚ ਜਦੋਂ ਠੱਪ ਹੋ ਕੇ ਸਭ ਕੁਝ ਬੈਠਾ, ਉਦੋਂ ਕੀ ਕੀਤਾ? ਤੁਸੀਂ ਰੱਬ ਦਾ ਨਾਂ ਲਿਆ ਨਾ। ਦੁਨੀਆ ਦੀ ਵੱਡੀ ਤੋਂ ਵੱਡੀ ਸਾਇੰਸ, ਦੁਨੀਆ ਤੋਂ ਵੱਡੇ ਡਾਕਟਰ, ਦੁਨੀਆ ਤੋਂ ਵੱਡੇ ਸਾਇੰਸਦਾਨ, ਦੁਨੀਆ ਤੋਂ ਵੱਡੇ ਵਿਗਿਆਨੀ, ਦੁਨੀਆ ਦੀਆਂ ਸੁਪਰ ਪਾਵਰਾਂ ਜੇ ਕਿਸੇ ਸ਼ਕਤੀ ਦੇ ਮੂਹਰੇ ਗੋਡੇ ਟੇਕ ਸਕਦੀਆਂ ਤੇ ਕੁਦਰਤ ਦੀ ਸ਼ਕਤੀ ਹੈ, ਕਾਦਰ ਦੀ ਸ਼ਕਤੀ ਹੈ। ਆਉਣ ਵਾਲੇ ਸਮੇਂ 'ਚ ਆਪਾਂ ਰੌਣਕਾਂ 'ਚ ਰਹੀਏ, ਖੁਸ਼ੀਆਂ ਆਉਣ, ਆਨੰਦ ਆਉਣ, ਖੇੜੇ ਆਉਣ, ਪਰ ਇਹ ਵੀ ਯਾਦ ਰੱਖੀਏ ਕਿ ਸਭ ਤੋਂ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਕੁਦਰਤ ਹੈ, ਕਾਦਰ ਹੈ। ਅਸੀਂ ਕੁਦਰਤ ਨਾਲ, ਕਾਦਰ ਨਾਲ ਜੁੜ ਕੇ ਰਹਿ ਸਕੀਏ ਤੇ ਆਪਣੇ ਹਿਰਦੇ ਤੋਂ ਕਹਿ ਸਕੀਏ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਥੇ ਲਿਓ ਉਭਾਰ। ਸੋ ਸਰਬਤ ਦੇ ਭਲੇ ਦੀ ਗੱਲ ਕਰਦਿਆਂ ਹੋਇਆਂ, ਗੁਰੂ ਸਾਹਿਬ ਦੇ ਦਿੱਤੇ ਹੋਏ ਆਦੇਸ਼ਾਂ ਦੇ ਮੁਤਾਬਕ, ਨਾ ਕੋ ਵੈਰੀ ਨਹੀਂ ਬਗਾਨਾ, ਉਹਦੀ ਗੱਲ ਕਰਦਿਆਂ ਹੋਇਆਂ, ਸਭ ਦੇ ਭਲੇ ਦੀ ਗੱਲ ਕਰਦਿਆਂ ਹੋਇਆਂ, ਇੱਕ ਵਾਰ ਫਿਰ ਅਰਦਾਸ ਬੇਨਤੀ ਜੋ ਜਿਹੜੀ ਹੈ, ਅਕਾਲ ਪੁਰਖ ਪਰਮਾਤਮਾ ਜੀਓ, ਵਾਹਿਗੁਰੂ ਜੀਓ, ਇਹ ਸੁੱਖਾਂ ਦੇ ਸੋਮੇ ਵਾਹਿਗੁਰੂ ਜੀਓ, ਸੰਸਾਰ ਦੇ ਉੱਤੇ ਸੁੱਖ ਵਰਤਾਓ, ਖੇੜਾ ਵਰਤਾਓ, ਖੁਸ਼ੀਆਂ ਵਰਤਾਓ, ਆਨੰਦ ਵਰਤਾਓ, ਹਰ ਘਰ 'ਚ ਖੁਸ਼ੀਆਂ ਲੈ ਕੇ ਆਓ। ਸਾਰਿਆਂ ਦੀਆਂ ਮਨਾਂ ਦੀਆਂ ਮੁਰਾਦਾਂ ਗੁਰਮਤ ਦੇ ਵਿੱਚ ਰਹਿ ਕੇ ਪੂਰੀਆਂ ਕਰੋ ਹੁਣ। ਔਰ ਆਪ ਤੋਂ ਖਿਮਾ ਜਾਚਨਾ ਕਰਦੇ ਹਾਂ। ਜੁੜੇ ਰਹੋ ਸੰਗਤ ਟੈਲੀਵਿਜ਼ਨ ਨਾਲ, ਜਿਵੇਂ ਪਿਛਲੇ 10 ਸਾਲ ਜੁੜੇ ਰਹੋ। ਆਪਾਂ ਸੰਗਤ ਟੈਲੀਵਿਜ਼ਨ ਨੂੰ ਆਉਣ ਵਾਲੇ ਵਰਿਆਂ ਦੇ ਵਿੱਚ ਬੁਲੰਦੀਆਂ ਤੇ ਲੈ ਕੇ ਜਾਣਾ ਹੈ, ਇਸੇ ਆਸ ਤੇ ਅਰਦਾਸ ਦੇ ਨਾਲ ਖਿਮਾ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।